ਅੱਜ ਇੱਥੇ ਤੁਸੀਂ ਇੱਕ ਪੋਸਟਰ ਵੀ ਲਗਾਇਆ ਹੈ। ਪੋਸਟਰ ਨੂੰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਿਹਾ ਹੈ। ਪੋਸਟਰ ਤੁਸੀਂ ਬਹੁਤ ਸਾਰੇ ਨਾਮ ਦਿੱਤੇ ਨੇ, ਇਹਨਾਂ ਦੇ ਪਿੱਛੇ ਇਹ ਕੌਣ ਲੋਕ ਨੇ? ਤਾਂ ਉਸ ਵੇਲੇ ਗਨੀ ਖਾਨ ਨਬੀ ਖਾਨ ਉਹ ਦੋ ਮੁਸਲਮਾਨ ਨੇ ਜਿਹੜੇ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਦ ਫੌਜ ਦੀ ਤਲਾਸ਼ੀ ਘਰ ਸ਼ੁਰੂ ਹੁੰਦੀ ਹੈ ਤਾਂ ਉੱਚ ਦਾ ਪੀਰ ਬਣਾ ਕੇ ਪੈਦਲ ਆਲਮਗੀਰ ਤੱਕ ਲੈ ਕੇ ਜਾਂਦੇ ਨੇ। ਇਹ ਉਹ ਪਾਤਰ ਨੇ ਇਤਿਹਾਸ ਦੇ ਜਿਨ੍ਹਾਂ ਨੂੰ ਛਪਾ ਦਿੱਤਾ ਗਿਆ। ਅੱਲਾਹ ਦਾ ਮੈਸੇਜ ਤੇ ਹੁਕਮ ਕਰਦਾ ਸੇਮ ਹੈ, ਅਸੀਂ ਆਪਣੀ ਭਾਸ਼ਾ ਵਿੱਚ ਇਹਨਾਂ ਨੂੰ ਸੇਮ ਉਹੀ ਮੈਸੇਜ ਦੇ ਰਹੇ ਹਾਂ। ਇੱਥੇ ਕੀ ਦੇਖ ਰਹੇ ਸੀ? ਬੜੇ ਗੌਰ ਨਾਲ ਤੁਸੀਂ ਸਭ ਚੀਜ਼ ਦੇਖ ਰਹੇ ਸੀ। ਬਹੁਤ ਮੁਸਲਮਾਨ ਭਾਈਚਾਰੇ ਜਿਹਨੇ ਸ਼ੁਰੂਆਤ ਕਰੀ ਹੈ ਬਹੁਤ ਹੀ ਵਧੀਆ ਕਿ ਆਪਾਂ ਨੂੰ ਇਕਤਾ ਵਧਾ ਕੇ ਅੱਗੇ ਵਧਣਾ ਚਾਹੀਦਾ। ਜੇ ਗੰਗੂ ਇਹ ਦੁਸ਼ਟ ਇਹ ਗੱਦਾਰੀ ਨਾ ਕਰਦਾ ਤਾਂ ਸੂਬੇ ਸਰਹੰਦ ਨੂੰ ਕਿਹੜਾ ਸੁਪਨਾ ਆਉਂਦਾ ਸੀ ਵੀ ਮਾਤਾ ਜੀ ਦੇ ਛੋਟੇ ਸਾਹਿਬਜ਼ਾਦੇ ਸਿਓੜੀ ਰੁਕੇ ਹੋਏ ਨੇ। ਸਾਹਿਬਜ਼ਾਦਿਆਂ ਦੇ ਹੱਕ ਵਿੱਚ ਜਿਹਾਦ ਦਾ ਨਾਰਾ ਮਾਰਦੇ ਹੋਏ ਇਹ ਕਿਹਾ ਸੀ ਤੇਰੀ ਲੜਾਈ ਤਾਂ ਇਹਨਾਂ ਦੇ ਪਿਤਾ ਨਾਲ ਹੈ, ਇਹਨਾਂ ਮਾਸੂਮ ਬੱਚਿਆਂ ਨੇ ਤਰੱਕੀ ਵਿਗਾੜਿਆ। ਇਹ ਇਸਲਾਮ ਹੈ। ਨਹੀਂ, ਇਹ ਤਾਂ ਦੇਖੋ ਜੀ, ਇਹ ਸਾਂਝ ਇਹੋ ਜੀ ਸਾਂਝ ਹੈਗੀ, ਇਹ ਟੁੱਟ ਨਹੀਂ ਸਕਦੀ। ਕਾਜ਼ੀ ਨੇ ਤਾਂ ਸਪਸ਼ਟ ਫੈਸਲਾ ਸੁਣਾਇਆ ਕਿ ਹਜ਼ੂਰ ਇੰਨੇ ਮਾਸੂਮ ਤੇ ਬੇਗੁਨਾਹ ਬੱਚਿਆਂ ਲਈ ਇਸਲਾਮੀ ਸ਼ਰਅ ਵਿੱਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ। ਮੁਸਲਮਾਨ ਨੂੰ ਨੈਗੇਟਿਵ ਪੇਸ਼ ਕੀਤਾ ਜਾਂਦਾ ਹਰ ਜਗ੍ਹਾ ਦੇ ਉੱਤੇ, ਪਰ ਜਿਹੜੀਆਂ ਕਈ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਕਿ ਸਿਰਫ ਮੁਸਲਮਾਨ ਨਾਲ ਨਹੀਂ ਐਸੋਸੀਏਟਡ ਹੈਗੀਆਂ। ਕਾਫੀ ਟਾਈਮ ਬਾਅਦ ਇੱਕ ਇਸ ਤਰ੍ਹਾਂ ਦਾ ਇੱਕ ਪਵਿੱਤਰ ਮੌਕਾ ਮਿਲਿਆ। ਮੈਂ ਰੱਬ ਤੋਂ ਇਹੀ ਦੁਆ ਕਰਦਾ ਵੀ ਇਹ ਜਿਹੜੀਆਂ ਸਾਡੀਆਂ ਸਾਂਝਾਂ ਨੇ ਇਹ ਬਹੁਤ ਟਾਈਮ ਤੱਕ ਰਹਿੰਦੀ ਦੁਨੀਆ ਤੱਕ ਆਈ ਚੱਲਦੀਆਂ ਰਹਿਣ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਤੇ ਇਸ ਵੇਲੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਇੱਕ ਪੋਸਟਰ ਹੈ ਜਿਹਦੇ ਵਿੱਚ ਲਿਖਿਆ ਹੋਇਆ ਹੈ ਅਸੀਂ ਵਾਰਸ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪ੍ਰੇਮ ਨਿਭਾਉਣ ਵਾਲੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ, ਪੀਰ ਬੁੱਧੂ ਸ਼ਾਹ, ਨਬੀ ਖਾਂ, ਗਨੀ ਖਾਂ, ਕੋਟਲਾ ਨਿਹੰਗ ਖਾਂ, ਬੀਬੀ ਮੁਮਤਾਜ਼ ਮਹਿਲ, ਕਯੂਮ ਬਖਸ਼ ਉਰਫ ਕੁੰਮਾ ਮਾਸ਼ਕੀ, ਰਾਏ ਕੱਲਾ ਤੇ ਨੂਰੇ ਮਾਹੀ ਦੇ ਹੇਠਾਂ ਲਿਖਿਆ ਹੋਇਆ ਵੱਲੋਂ ਸਿੱਖ ਮੁਸਲਿਮ ਸਾਂਝਾ ਮਲੇਰਕੋਟਲਾ। ਅੱਜ ਇਹ ਪੋਸਟਰ ਜਿਸ ਸਥਾਨ ਦੇ ਉੱਤੇ ਲੱਗਿਆ ਹੋਇਆ ਉਹ ਸਥਾਨ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਉਹ ਧਰਤੀ ਹੈ ਜਿੱਥੇ ਸਾਡੇ ਚਾਰ ਸਾਹਿਬਜ਼ਾਦਿਆਂ ਨੇ ਧਰਮ ਦੀ ਰਾਖੀ ਕਰਦਿਆਂ ਲਸਾਨੀ ਕੁਰਬਾਨੀ ਜਿਹੜੀ ਦਿੱਤੀ ਸੀ। ਉਸ ਤੋਂ ਬਾਅਦ ਅੱਜ 300 ਤੋਂ ਵੀ ਉੱਪਰ ਸਾਲ ਹੋ ਚੱਲੇ ਨੇ ਤੇ ਉਸ ਦੇ ਵਿੱਚ ਇੱਕ ਬੜੀ ਇਤਿਹਾਸਿਕ ਪਿਰਤ ਹੈ ਜਿਹੜੀ ਹਾਂ ਦਾ ਨਾਰਾ ਧਰਤੀ ਮਲੇਰਕੋਟਲੇ ਵਾਲਿਆਂ ਵੱਲੋਂ ਪਾਈ ਗਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਸਿੱਖ ਮੁਸਲਿਮ ਸਾਂਝਾ ਮਲੇਰਕੋਟਲਾ ਵੱਲੋਂ ਖਾਸ ਕਰਕੇ ਜਿਹੜਾ ਮਿੱਠੇ ਚੌਲਾਂ ਦਾ ਜਿਹੜਾ ਲੰਗਰ ਹੈ ਉੱਥੇ ਸਭਾ ਦੇ ਉੱਤੇ ਜੋੜ ਮੇਲ ਦੇ ਉੱਤੇ ਛਕਾਇਆ ਜਾ ਰਿਹਾ ਹੈ ਤੇ ਸੰਗਤ ਵੀ ਬੜੇ ਪਿਆਰ ਨਾਲ ਬੜੇ ਮੁਹੱਬਤ ਨਾਲ ਇਹ ਜਿਹੜੀ ਚੌਲ ਹੈਗੇ ਨੇ, ਮਿੱਠੇ ਚੌਲ ਹੈਗੇ ਨੇ, ਉਸ ਨੂੰ ਛਕ ਰਹੀ ਹੈ। ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਆ। ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਵੇਲੇ ਜੋੜ ਮੇਲ ਹੈ, ਆਪਣੇ ਪੂਰੇ ਅਰੂਜ ਤੇ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਦੂਰ ਦੂਰ ਤੱਕ ਸੰਗਤ ਹੈ। ਜਿੱਧਰ ਤੁਸੀਂ ਨਜ਼ਰ ਘੁਮਾਓਗੇ ਉਸ ਵੇਲੇ ਉੱਥੇ ਹੀ ਸੰਗਤ ਨਜ਼ਰ ਆ ਰਹੀ ਹੈ। ਇਹ ਸਾਰੇ ਜਿਹੜਾ ਲੰਗਰ ਲਗਾਇਆ ਗਿਆ ਹੈ, ਕੀ ਪਰਪਸ ਹੈ ਇਹਦਾ, ਆਖਿਰ ਇਸ ਦੇ ਲਗਾਉਣ ਦਾ ਕੀ ਕਾਰਨ ਹੈ? ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਮੁਸਲਿਮ ਸਾਂਝਾ ਫਾਊਂਡੇਸ਼ਨ ਦੇ ਜਿਹੜੇ ਸਰਪ੍ਰਸਤ ਨੇ ਡਾਕਟਰ ਮੁਹੰਮਦ ਨਸੀਰ, ਉਹ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਡਾਕਟਰ ਸਾਹਿਬ, ਤੁਸੀਂ ਪਹਿਲਾਂ ਜਿਹੜੇ ਧਰਨਿਆਂ ਦੇ ਉੱਤੇ ਲੰਗਰ ਲਾਉਂਦੇ ਸੀ, ਕਿਸਾਨਾਂ ਦੇ ਹੱਕ ਦੇ ਵਿੱਚ ਜਾਂਦੇ ਸੀ, ਤੇ ਅੱਜ ਇਸ ਪਾਕ ਪਵਿੱਤਰ ਧਰਤੀ ਦੇ ਉੱਤੇ ਲੰਗਰ ਲਗਾਉਣ ਦਾ ਕੀ ਕਾਰਨ ਹੈ? ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਾਰੀਆਂ ਤਾਰੀਫਾਂ, ਸਾਰੀਆਂ ਵਡਿਆਈਆਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਾਜਨਹਾਰ ਤੇ ਪਾਲਣਹਾਰ ਹੈ। ਤੇ ਇਸਲਾਮੀ ਸਿੱਖਿਆਵਾਂ ਅਨੁਸਾਰ ਸੰਸਾਰ ਦੇ ਸਾਰੇ ਲੋਕ ਭਾਵੇਂ ਉਹ ਕਿਸੇ ਵੀ ਧਰਮ, ਕੌਮ ਜਾਂ ਕਬੀਲੇ ਨਾਲ ਸੰਬੰਧ ਰੱਖਦੇ ਨੇ, ਆਪਸ ਵਿੱਚ ਭਰਾ ਨੇ। ਤੇ ਇਨਸਾਨ ਹੋਣ ਦਾ ਮਤਲਬ ਇਹ ਹੈ ਕਿ ਕਿਸੇ ਦੂਸਰੇ ਦੇ ਦੁੱਖ ਦਰਦ 'ਚ ਅਸੀਂ ਕੰਮ ਆਈਏ। ਅੱਜ ਜਿਹੜਾ ਇੱਥੇ ਅਸੀਂ ਆਏ ਹਾਂ, ਜਿਹੜੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਜਿਹਨੂੰ ਕਿਹਾ ਜਾਂਦਾ ਹੈ, ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਵਕਤ ਦੇ ਹਾਕਮ ਸੂਬੇ ਸਰਹੰਦ ਵੱਲੋਂ, ਜਿੰਨਾ ਦੁੱਖ ਸਿੱਖਾਂ ਨੂੰ ਹੈ ਉਸ ਤੋਂ ਬਾਅਦ ਸਾਨੂੰ ਦੁੱਖ ਹੈ। ਕਿਉਂਕਿ ਇਸਲਾਮ ਜ਼ੁਲਮ ਦੀ ਇਜਾਜ਼ਤ ਨਹੀਂ ਦਿੰਦਾ। ਇਸਲਾਮ ਜ਼ੁਲਮ ਦਾ ਠਿਕਾਣਾ ਨਰਕ ਦੱਸਦਾ ਹੈ। ਕਿਉਂਕਿ ਜਿਹੜਾ ਹਾਕਮ ਹੁੰਦਾ, ਮੈਂ ਅਕਸਰ ਕਹਿੰਦਾ ਉਹਨਾਂ, ਹਾਕਮ ਜਿਹੜਾ ਹੁੰਦਾ ਉਸ ਲਈ ਪਹਿਲਾਂ ਉਹਦੀ ਹੁਕੂਮਤ ਹੁੰਦੀ ਹੈ, ਧਰਮ ਮਗਰ ਹੁੰਦਾ। ਉਸ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਥਾ। ਉਹਨੇ ਆਪਣੀ ਹੁਕੂਮਤ ਕਾਇਮ ਰੱਖਣ ਲਈ ਜਾਂ ਹੁਕੂਮਤ 'ਚ ਚਲਾਉਣ ਲਈ ਸਾਰੇ ਕੀਤੀਆਂ ਨੇ, ਉਹਦਾ ਇਸਲਾਮ ਨਾਲ ਕੋਈ ਤਾਲੁਕ ਨਹੀਂ ਥਾ। ਕਿਉਂਕਿ ਇਸਲਾਮ ਤਾਂ 7-9 ਸਾਲ ਦੇ ਬੱਚੇ ਲਈ ਕੋਈ ਸਜ਼ਾ ਹੀ ਤਜਵੀਜ਼ ਨਹੀਂ ਕਰਦਾ, ਇਸਲਾਮੀ ਸ਼ਰਅ ਲਾਗੂ ਹੀ ਨਹੀਂ ਹੁੰਦੀ। ਇਸ ਕਰਕੇ ਇਹਨੂੰ ਇਸਲਾਮ ਦੀ ਜਾਂ ਮੁਸਲਮਾਨ ਦੀ ਕਾਰਵਾਈ ਨਹੀਂ ਕਿਹਾ ਜਾ ਸਕਦਾ ਸੀ। ਸੱਤਾ ਦੇ ਨਸ਼ੇ 'ਚ ਡੁੱਬੇ ਹੋਏ ਇੱਕ ਸ਼ਾਸਕ ਦੀ ਕਾਰਵਾਈ ਕਿਹਾ ਜਾ ਸਕਦਾ ਹੈ। ਜਿਸ ਤਰ੍ਹਾਂ 84 ਤੋਂ ਲੈ ਕੇ 92 ਤੱਕ ਪੰਜਾਬ 'ਚ ਤਕਰੀਬਨ 2 ਲੱਖ ਦੇ ਕਰੀਬ ਸਿੱਖ ਨੌਜਵਾਨ ਸ਼ਹੀਦ ਕਰ ਦਿੱਤੇ ਗਏ, ਜਦ ਕਿ ਹੁਕੂਮਤ ਸਿੱਖਾਂ ਦੀ ਹੈ।
ਇੱਥੇ ਦੇ ਮੁੱਖ ਮੰਤਰੀ ਸਿੱਖ ਹੋਏ ਨੇ, DGP ਸਿੱਖ ਹੋਏ ਨੇ, ਅਸੀਂ ਉਹਨੂੰ ਧਰਮ ਨਾਲ ਨਹੀਂ ਜੋੜ ਸਕਦੇ। ਸ਼ਾਸਕਾਂ ਲਈ ਪਹਿਲਾਂ ਉਹਨਾਂ ਦੀ ਹੁਕੂਮਤ ਹੁੰਦੀ ਹੈ, ਧਰਮ ਮਗਰ ਹੁੰਦਾ ਹੈ। ਇਸ ਲਈ ਉਹ ਸਾਂਝੀ ਬਾਲਤਾ ਦੇ ਸੁਨੇਹਾ ਦੇਣ ਨੂੰ ਜਿਸ ਦੀ ਸ਼ੁਰੂਆਤ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਆਪਣੇ ਨਾਲ ਮਿਲਾ ਕੇ ਕੀਤੀ ਸੀ। ਜਦੋਂ ਵੀ ਉਹਨਾਂ ਨੂੰ ਬਾਣੀ ਆਉਂਦੀ ਸੀ ਤਾਂ ਕਹਿੰਦੇ ਮਰਦਾਨੇ ਰਬਾਬ ਵਜਾ ਬਾਣੀ ਆਈ ਹੈ ਨਾ। ਉਸੇ ਸਾਂਝ ਨੂੰ ਅੱਗੇ ਵਧਾਉਂਦੇ ਹੋਏ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਤੋਂ ਸ਼੍ਰੀ ਹਰਿਮੰਦਰ ਸਾਹਿਬ ਨੀਂਹ ਪੱਥਰ ਰਖਾਇਆ। ਉਸੇ ਸਮਝ ਨੂੰ ਅੱਗੇ ਵਧਾਉਂਦੇ ਹੋਏ ਪੀਰ ਬੁੱਧੂ ਸ਼ਾਹ ਦੀਆਂ ਕੁਰਬਾਨੀਆਂ ਨੇ। ਭੰਗਾਣੀ ਦੇ ਮੈਦਾਨ 'ਚ ਜਦੋਂ ਸਿੱਖਾਂ ਦੀ ਫੌਜ ਤੇ ਹਿੰਦੂਆਂ ਦੀ ਫੌਜ ਆਪਣੇ ਸਾਹਮਣੇ ਸੀ, 589 ਸਾਧੂ ਜਿਹੜੇ ਸਮੇਂ ਸਿਰ ਮੈਦਾਨ ਤੋਂ ਭੱਜ ਗਏ ਸੀ, ਤਾਂ ਪੀਰ ਬੁੱਧੂ ਸ਼ਾਹ ਆਪਣੇ 2000 ਮੁਸਲਮਾਨ ਮੁਰੀਦਾਂ ਨੂੰ ਲੈ ਕੇ ਭੰਗਾਣੀ ਦੇ ਮੈਦਾਨ ਵਿੱਚ ਆ ਨਿੱਤਰਦਾ ਗੁਰੂ ਸਾਹਿਬ ਦੀ ਹਮਾਇਤ ਲਈ, ਤੇ ਗੁਰੂ ਸਾਹਿਬ ਦਾ ਜ਼ੋਰਦਾਰ ਸਾਥ ਦਿੰਦਾ ਹੈ। ਇਸ ਲੜਾਈ ਵਿੱਚ ਪੀਰ ਬੁੱਧੂ ਸ਼ਾਹ ਦੇ ਘਰ ਦੇ 8 ਜੀ ਮਾਰੇ ਜਾਂਦੇ ਨੇ, ਜਿਸ ਦੇ ਉਹਦੇ ਵਿੱਚ ਪੁੱਤਰ ਭਰਾ ਭਤੀਜੇ ਸਨ, ਤੇ 700 ਮੁਸਲਮਾਨ ਮੁਰੀਦ ਵੀ ਸ਼ਹੀਦ ਹੁੰਦੇ ਨੇ ਗੁਰੂ ਸਾਹਿਬ ਕੋਲ ਲੜਦੇ ਹੋਏ, ਤੇ ਗੁਰੂ ਸਾਹਿਬ ਨੂੰ ਜਿੱਤ ਪ੍ਰਾਪਤ ਹੁੰਦੀ ਹੈ। ਇਸ ਲਈ ਇਹ ਸਾਡੀਆਂ ਸਾਂਝਾਂ ਦੇ ਸ਼ੁਰੂ ਤੋਂ ਚਲੀਆਂ ਆ ਰਹੀਆਂ ਨੇ। ਅਸੀਂ ਉਹਨਾਂ ਸਾਂਝਾਂ ਨੂੰ ਉਜਾਗਰ ਕਰਨ ਦਾ ਹੈ ਨਿਮਾਣਾ ਜਿਹਾ ਯਾਦ ਕੀਤਾ ਹੈ, ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿੱਥੇ ਸੂਬੇ ਸਰਹੰਦ ਦੀ ਇਹ ਸਾਜ਼ਿਸ਼ ਜਿਹੜੀ ਘਟਨਾ ਹੈ, ਉੱਥੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਵੀ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਜਹਾਦ ਦਾ ਨਾਰਾ ਮਾਰਦੇ ਹੋਏ ਇਹ ਕਿਹਾ ਸੀ, ਤੇਰੀ ਲੜਾਈ ਤਾਂ ਇਹਨਾਂ ਦੇ ਪਿਤਾ ਨਾਲ ਹੈ, ਇਹਨਾਂ ਮਾਸੂਮ ਬੱਚਿਆਂ ਨੇ ਤਰੱਕੀ ਵਿਗਾੜਿਆ ਹੈ। ਇਹ ਇਸਲਾਮ ਹੈ, ਕਿਉਂਕਿ ਇਸਲਾਮ ਮਾਸੂਮ ਬੱਚਿਆਂ ਦੇ ਕੋਈ ਸਜ਼ਾ ਤਜਵੀਜ਼ ਨਹੀਂ ਕਰਦਾ। 7-9 ਸਾਲ ਦੇ ਬੱਚਿਆਂ ਦੀ ਇਸਲਾਮ ਦੀ ਸ਼ਰਅ ਵਿੱਚ ਕੋਈ ਸਜ਼ਾ ਹੀ ਨਹੀਂ ਹੈਗੀ, ਔਰ ਇਸਲਾਮ ਇਸ ਚੀਜ਼ ਦੀ ਵੀ ਇਜਾਜ਼ਤ ਨਹੀਂ ਹੁੰਦਾ ਕਿਸੇ ਨੂੰ ਜ਼ਬਰਦਸਤੀ ਧਰਮ ਕਬੂਲ ਕਰਾਇਆ ਜਾਵੇ। ਤੋ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਜੋ ਵੀ ਸਜ਼ਾ ਉਸ ਵੇਲੇ ਤਜਵੀਜ਼ ਹੋਈ ਸਾਡੇ ਸਾਹਿਬਜ਼ਾਦਿਆਂ ਦੇ ਲਈ ਉਹ ਗੈਰ ਇਸਲਾਮਿਕ ਸੀ। ਬਿਲਕੁਲ ਬਿਲਕੁਲ। ਇੱਕ ਕਿਤਾਬ ਹੈ ਜਿਹਨੂੰ ਬੈਨ ਕਰ ਦਿੱਤਾ ਗਿਆ, ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ, ਭਾਈ ਨਰਿੰਦਰ ਸਿੰਘ ਭਲੇਰ ਨੇ ਲਿਖੀ ਹੈ। ਉਹ ਭਾਈ ਨਰਿੰਦਰ ਸਿੰਘ ਭਲੇਰ ਲਿਖਦੇ, ਕਿਉਂਕਿ ਜੇ ਮੈਂ ਕਹਾਂਗਾ ਤਾਂ ਕਿਹਾ ਜਾ ਸਕਦਾ ਮੁਸਲਮਾਨਾਂ ਨੂੰ ਡਿਫੈਂਡ ਕਰ ਰਿਹਾ ਹੈ। ਭਾਈ ਨਰਿੰਦਰ ਸਿੰਘ ਭਲੇਰ ਲਿਖਦੇ ਨੇ ਵੀ ਜਦੋਂ ਸੂਬੇ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਤੇ ਉੱਥੇ ਕਾਜ਼ੀ ਵੀ ਸੀ, ਤਾਂ ਸੂਬੇ ਸਰਹੰਦ ਨੇ ਕਾਜ਼ੀ ਨੂੰ ਕਿਹਾ ਕਿ ਕਾਜ਼ੀ ਸਾਹਿਬ ਇਸਲਾਮੀ ਸ਼ਰਅ 'ਚ ਇਹਨਾਂ ਬੱਚਿਆਂ ਨੂੰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ, ਤਾਂ ਕਾਜ਼ੀ ਨੇ ਉੱਥੇ ਸਪਸ਼ਟ ਫੈਸਲਾ ਸੁਣਾਇਆ ਕਿ ਹਜ਼ੂਰ ਇੰਨੇ ਮਾਸੂਮ ਤੇ ਬੇਗੁਨਾਹ ਬੱਚਿਆਂ ਲਈ ਇਸਲਾਮੀ ਸ਼ਰਅ ਵਿੱਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ। ਠੀਕ ਹੈ ਨਹੀਂ। ਤੇ ਫਿਰ ਜਦੋਂ ਦੇਖਿਆ ਵੀ ਸੂਬੇ ਸਰਹੰਦ ਨੇ ਸੁੱਚਾਨੰਦ ਨੇ ਵੀ ਇਹਨਾਂ ਦੀ ਕੋਈ ਸਜ਼ਾ ਨਹੀਂ ਬਣਦੀ, ਤਾਂ ਸੁੱਚਾਨੰਦ ਔਰ ਸੂਬੇ ਸਰਹੰਦ ਨੇ ਉਸ ਵੇਲੇ ਮੌਜੂਦ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਵੀ ਤੇਰਾ ਭਰਾ ਨਾਰ ਖਾਂ ਜੰਗ ਵਿੱਚ ਮਾਰਿਆ ਗਿਆ ਸੀ, ਗੁਰੂ ਸਾਹਿਬ ਨਾਲ ਲੜਦਾ ਹੈ, ਤੂੰ ਆਪਣੇ ਭਾਈ ਦਾ ਬਦਲਾ ਲੈ ਸਕਦਾ ਹੈ। ਤਾਂ ਸੂਬੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਕਿ ਮੇਰੀ ਲੜਾਈ ਤਾਂ ਪਿਤਾ ਨਾਲ ਹੈ, ਮੈਂ ਜੰਗ 'ਚ ਬਦਲਾ ਲੂੰਗਾ, ਮਾਸੂਮ ਬੱਚਿਆਂ ਦਾ ਕੁਝ ਕਸੂਰ ਹੀ ਨਹੀਂ ਹੈ। ਇਤਿਹਾਸ ਇਹ ਦੱਸਦਾ ਹੈ, ਪ੍ਰਿੰਸੀਪਲ ਬਜਿੱਤਰ ਸਿੰਘ ਵੀ ਲਿਖਦੇ ਨੇ ਕਿ ਉਸ ਵੇਲੇ ਸਾਹਿਬਜ਼ਾਦਿਆਂ ਨੂੰ ਬਰੀ ਕਰਨ ਦਾ ਫੈਸਲਾ ਹੋ ਚੁੱਕਿਆ ਸੀ, ਬਿਲਕੁਲ ਇਹ ਫਾਈਨਲ ਸੀਗਾ। ਤਾਂ ਸੁੱਚਾਨੰਦ ਤੇ ਗੰਗੂ ਜਿਹੜੇ ਧਾਰ ਦੇ 22 ਰਾਜਿਆਂ ਦੇ ਜਾਸੂਸ ਸੇ ਪਹਾੜੀ ਰਾਜਿਆਂ ਦੇ, ਉਹਨਾਂ ਨੇ ਬਾਜ਼ੀ ਹੱਥੋਂ ਜਾਂਦੀ ਦੇਖ ਕੇ ਸੂਬੇ ਸਰਹੰਦ ਨੂੰ ਇਹ ਕਿਹਾ ਵੀ ਸੱਪ ਦੇ ਬੱਚੇ ਸਪੋਲੀ ਹੁੰਦੇ ਨੇ, ਇਹ ਬੜੇ ਹੋ ਕੇ ਤੁਹਾਡੇ ਰੰਗ ਮਾਰਨਗੇ, ਇਸ ਲਈ ਇਹਨਾਂ ਦਾ ਹੁਣੀ ਕੁਚਲ ਦੇਣਾ ਚਾਹੀਦਾ ਹੈ। ਲੇਕਿਨ ਉਸ ਤੋਂ ਬਾਅਦ ਵੀ ਜਦੋਂ ਸਾਹਿਬਜ਼ਾਦਿਆਂ ਨੂੰ ਬਰੀ ਕਰਨ ਦੀ ਗੱਲ ਹੋਈ ਤਾਂ ਉਹਨੇ ਕਿਹਾ ਮੈਨੂੰ ਇੱਕ ਸਵਾਲ ਪੁੱਛ ਰਹੇ ਦੀਵਾਨ ਸੁੱਚਾਨੰਦ ਨੇ, ਜਿਹੜਾ ਸੂਬੇ ਸਰਹੰਦ ਦਾ ਦੀਵਾਨ ਸੀ, ਕਿ ਬੱਚੇ ਤੁਹਾਨੂੰ ਛੱਡਤਾ ਜਾਓ, ਤੁਸੀਂ ਕੀ ਕਰੋਗੇ? ਉਹ ਕਹਿੰਦੇ ਜੰਗਲਾਂ ਜਾਵਾਂਗੇ, ਸਿੰਘਾਂ ਨੂੰ ਇਕੱਠੇ ਕਰਾਂਗੇ ਤੇ ਫਿਰ ਲੜਾਂਗੇ ਅਸੀਂ ਜ਼ੁਲਮ ਦੇ ਖਿਲਾਫ, ਕਿ ਫਿਰ ਤੁਹਾਨੂੰ ਬਾਦਸ਼ਾਹ ਗ੍ਰਿਫਤਾਰ ਕਰ ਲੂਗਾ, ਕਿ ਫਿਰ ਇਸਲਾਮੀ ਸ਼ਰਅ 'ਚ ਕੋਈ ਸਜ਼ਾ ਨਹੀਂ ਹੈ, ਸਾਨੂੰ ਫਿਰ ਛੱਡ ਦਿੱਤਾ ਜਾਊਗਾ, ਕਿ ਫਿਰ ਅਸੀਂ ਜੰਗਲਾਂ ਜਾਵਾਂਗੇ, ਸਿੰਘਾਂ ਨੂੰ ਲੈ ਕੇ ਆਵਾਂਗੇ। ਉਹਨੇ ਕਿਹਾ ਵੀ ਬੜੇ ਵੀ ਤੁਸੀਂ ਹੋਵੋਗੇ, ਕਹਿੰਦੇ ਫਿਰ ਅਸੀਂ ਬਗਾਵਤ ਕਰਾਂਗੇ। ਤਾਂ ਉਹਨੇ ਕਿਹਾ ਵੀ ਜੰਮਦੇ ਸੂਰਾਂ ਦੇ ਮੂੰਹ ਤਿੱਖੇ ਹੁੰਦੇ ਨੇ। ਉਸ ਤੋਂ ਬਾਅਦ ਹੀ ਸੂਬੇ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ ਗਿਆ। ਜਦੋਂ ਫੈਸਲਾ ਹੋਇਆ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਕਿ ਜਿੱਥੇ ਮਾਸੂਮਾਂ ਤੇ ਮਜ਼ਲੂਮਾਂ ਤੇ ਜ਼ੁਲਮ ਹੁੰਦਾ ਹੈ, ਉੱਥੇ ਰੱਬ ਦਾ ਕਹਿਰ ਨਾਜ਼ਿਲ ਹੁੰਦਾ ਹੈ। ਇੱਥੇ ਹੁਣ ਰੱਬ ਦਾ ਕਹਿਰ ਨਾਜ਼ਿਲ ਹੋਊਗਾ, ਇਹ ਕਹਿੰਦਾ ਹੋਇਆ ਨਵਾਬ ਸ਼ੇਰ ਮੁਹੰਮਦ ਖਾਨ ਉਸ ਕਚਹਿਰੀ ਨੂੰ ਵਾਕ ਆਊਟ ਕਰ ਗਿਆ। ਇਸ ਲਈ ਜਿੱਥੇ ਨਵਾਬ ਉੱਥੇ ਸੂਬੇ ਸਰਹੰਦ ਪਰ ਲਾਂਤਾ ਪਾਈ ਜਾਂਦੇ ਨੇ ਗੰਗੂ ਔਰ ਸੁੱਚਾਨੰਦ ਦੇ, ਉੱਥੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਵੀ ਉਹਦੇ ਹਾਂ ਦੇ ਨਾਰੇ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਰਹੂਗਾ, ਔਰ ਉਹ ਗੁਰੂ ਨਾਨਕ ਤੇ ਭਾਈ ਮਰਦਾਨੇ ਦੀ ਕਾਇਮ ਕੀਤੀ ਸਾਂਝ ਨੂੰ ਅੱਗੇ ਵਧਾਉਂਦਾ ਰਹੂਗਾ ਹਾਂ ਦਾ ਨਾਰਾ। ਤੇ ਅੱਜ ਇੱਥੇ ਤੁਸੀਂ ਇੱਕ ਪੋਸਟਰ ਵੀ ਲਗਾਇਆ ਹੈ, ਪੋਸਟਰ ਨੂੰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਿਹਾ ਹੈ ਪੋਸਟਰ, ਤੁਸੀਂ ਬਹੁਤ ਸਾਰੇ ਨਾਮ ਦਿੱਤੇ ਨੇ, ਇਹਨਾਂ ਦੇ ਪਿੱਛੇ ਇਹ ਕੌਣ ਲੋਕ ਨੇ? ਇਹਨਾਂ ਵਿੱਚੋਂ ਅਕਸਰ ਉਹ ਲੋਕ ਨੇ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਾਥ ਨਿਭਾਇਆ। ਇਤਿਹਾਸ ਦੱਸਦਾ ਜਦੋਂ 1704 ਨੂੰ 20 ਅਪ੍ਰੈਲ ਨੂੰ ਸਰਸਾ ਨਦੀ ਦੇ ਪਰਿਵਾਰ ਵਿਛੋੜਾ ਪੈਂਦਾ ਹੈ, ਤਾਂ ਸ੍ਰੀ ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲਾਂ ਜਿਸ ਦੇ ਘਰ ਜਾਂਦੇ ਨੇ ਰੋਪੜ ਦੇ ਲਾਗੇ ਕੋਟਰਾ ਨਿਹੰਗ ਖਾਂ, ਉਹ ਇੱਕ ਮੁਸਲਮਾਨ ਸਰਦਾਰ ਕੋਟਰਾ ਨਿਹੰਗ ਖਾਂ ਸੀ, ਉਹਦੇ ਘਰ ਠਹਿਰੇ। 20 ਦੀ ਸ਼ਾਮ ਠਹਿਰੇ, 20 ਨੂੰ ਰਾਤ ਨੂੰ ਠਹਿਰੇ, 21 ਦਾ ਦਿਨ ਠਹਿਰੇ, 21 ਦੀ ਰਾਤ ਨੂੰ ਠਹਿਰੇ। ਤੇ 21 ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਆਪਣੇ ਸਿੰਘਾਂ ਸਮੇਤ ਉੱਥੋਂ ਕੂਚ ਕਰਦੇ ਨੇ ਚਮਕੌਰ ਦੀ ਗੜੀ ਵੱਲ, ਤਾਂ ਨਿਹੰਗ ਖਾਨ ਦਾ ਬੜਾ ਬੇਟਾ ਆਲਮ ਖਾਂ
ਗੁਰੂ ਸਾਹਿਬ ਨੂੰ ਰਸਤਾ ਦੱਸਣ ਲਈ ਨਾਲ ਜਾਂਦਾ ਹੈ। ਤੇ ਪਿੱਛੋਂ ਉਹਦੀ ਬੀਬੀ ਜਿਹੜੀ ਮੁਮਤਾਜ਼ ਹੈ, ਜਿਹਦਾ ਜ਼ਿਕਰ ਅਸੀਂ ਅਸਲ ਸੁਣਦੇ ਹਾਂ, ਉਹਨੇ ਕੁਰਬਾਨੀ ਦਿੱਤੀ ਫੱਟੜ ਹੋਏ ਸਰਦਾਰ ਬਚਿੱਤਰ ਸਿੰਘ ਨੂੰ ਬਚਾਉਣ ਲਈ। ਉਸ ਤੋਂ ਬਾਅਦ ਗੁਰੂ ਸਾਹਿਬ ਜਦੋਂ ਚਮਕੌਰ ਦੀ ਗੜੀ ਚੋਂ ਨਿਕਲਦੇ ਨੇ ਤਾਂ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ ਦੇ ਪਿੰਡ ਬਹਿਲੋਲਪੁਰ ਵਿਖੇ ਇੱਕ ਮੁਸਲਮਾਨ ਮੌਲਵੀ ਪੀਰ ਮੁਹੰਮਦ ਦੇ ਘਰ ਠਹਿਰਦੇ ਨੇ। ਉੱਥੇ ਗੁਰੂ ਸਾਹਿਬ ਭੋਜਨ ਵੀ ਛਕਦੇ ਨੇ ਤੇ ਸਿੰਘਾਂ ਨੂੰ ਆਖਦੇ ਨੇ ਕਿ ਤੁਸੀਂ ਮੁਸਲਮਾਨਾਂ ਨਾਲ ਆਪਣੀ ਰੋਟੀ ਸਾਂਝ ਬਣਾ ਕੇ ਰੱਖਿਓ। ਉੱਥੋਂ ਚੱਲਦੇ ਨੇ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚਦੇ ਨੇ। ਜਦੋਂ ਮਾਛੀਵਾੜੇ ਦੇ ਜੰਗਲਾਂ 'ਚ ਗੁਰੂ ਸਾਹਿਬ ਪਹੁੰਚਦੇ ਨੇ ਤਾਂ ਗੁਰੂ ਸਾਹਿਬ ਦੇ ਆਪਣੇ ਸਿੱਖ ਭਾਈ ਪੰਜਾਬਾ ਤੇ ਗੁਲਾਬਾ ਗੁਰੂ ਸਾਹਿਬ ਨੂੰ ਆਪਣੇ ਕੋਲ ਠਹਿਰਾਉਣ ਤੋਂ ਨਾ ਕਰ ਦਿੰਦੇ ਨੇ। ਤਾਂ ਉਸ ਵੇਲੇ ਗਨੀ ਖਾਨ ਨਬੀ ਖਾਨ ਉਹ ਦੋ ਮੁਸਲਮਾਨ ਨੇ ਜਿਹੜੇ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਕੇ ਜਾਂਦੇ ਨੇ। ਤੇ ਉਸ ਤੋਂ ਬਾਅਦ ਜਦ ਫੌਜ ਦੀ ਤਲਾਸ਼ੀ ਘਰ ਸ਼ੁਰੂ ਹੁੰਦੀ ਹੈ ਤਾਂ ਉੱਚ ਦਾ ਪੀਰ ਬਣਾ ਕੇ ਪੈਦਲ ਆਲਮਗੀਰ ਤੱਕ ਲੈ ਕੇ ਜਾਂਦੇ ਨੇ। ਤਾਂ ਜਦੋਂ ਆਲਮਗੀਰ ਜਾ ਕੇ ਗੁਰੂ ਸਾਹਿਬ ਦੋਵੇਂ ਭਰਾਵਾਂ ਨੂੰ ਵਿਦਾ ਕਰਦੇ ਨਬੀ ਖਾਨ ਗਨੀ ਖਾਨ ਨੂੰ, ਤਾਂ ਉਹਨਾਂ ਨੂੰ ਇੱਕ ਹੁਕਮਨਾਮਾ ਲਿਖ ਕੇ ਦਿੰਦੇ ਨੇ ਕਿ ਸਾਨੂੰ ਗਨੀ ਖਾਨ ਤੇ ਨਬੀ ਖਾਨ ਆਪਣੇ ਪੁੱਤਰਾਂ ਨਾਲ ਵੱਧ ਕੇ ਪਿਆਰੇ ਨੇ। ਸਾਡਾ ਕੋਈ ਸਿੱਖ ਇਹਨਾਂ ਨੂੰ ਖਾਲੀ ਹੱਥ ਦਰਸ਼ਨ ਨਾ ਦੇਵੇ। ਉਹ ਨਬੀ ਖਾਨ ਗਨੀ ਖਾਨ ਨੇ। ਉੱਥੋਂ ਚੱਲਦੇ ਹੋਏ ਗੁਰੂ ਸਾਹਿਬ ਰਾਏਕੋਟ ਪਹੁੰਚਦੇ ਨੇ, ਰਾਏ ਕੱਲਾ ਕੋਲੇ। ਤੇ ਰਾਏ ਕੱਲਾ ਉਹ ਮੁਸਲਮਾਨ ਸਰਦਾਰ ਸੀ ਜਿਹਨੇ 16 ਦਿਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਸੇਵਾ ਕੀਤੀ। ਤੇ ਉਸਦੇ ਨੂਰਾ ਮਾਹੀ ਜਿਹੜਾ ਨੌਕਰ ਸੀ ਉਹਨੂੰ ਹੀ ਨੂਰੇ ਮਾਹੀ ਨੂੰ ਸਰੰਦ ਭੇਜਿਆ ਮਾਤਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਪਤਾ ਲੈਣ ਲਈ। ਇਹ ਉਹ ਪਾਤਰ ਨੇ ਇਤਿਹਾਸ ਦੇ ਜਿਹਨਾਂ ਨੂੰ ਛਪਾ ਦਿੱਤਾ ਗਿਆ। ਜੇ ਅਸੀਂ ਦੇਖਦੇ ਹਾਂ ਇਤਿਹਾਸ 'ਚ ਕੁੰਮੇ ਮਾਸਕੀ ਦਾ ਨਾਮ ਆਉਂਦਾ ਹੈ, ਗੋਲ ਕਰ ਦਿੱਤਾ ਗਿਆ ਵੀ ਕੁੰਮਾ ਮਾਸਕ ਕੌਣ ਅਸਲੀ ਕਈ ਮੁਸਲਮਾਨ ਸੀ ਜਿਹਦਾ ਅਸਲੀ ਨਾਮ ਕਯੂਮ ਬਖਸ਼ ਸੀ। ਲੇਕਿਨ ਇਤਿਹਾਸ ਦੇ ਸ਼ਰਾਰਤੀ ਅਨਸਰਾਂ ਨੇ ਜਿਹੜਾ ਸਾਡੇ ਵਿਚਕਾਰ 'ਚ ਫਾੜ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਸਾਡੇ ਦੋਵਾਂ ਦੇ ਦੁਸ਼ਮਣ ਨੇ, ਉਹਨਾਂ ਨੇ ਇੱਕ ਐਸਾ ਨਾਮ ਲਿਆ ਕੇ ਸਾਹਮਣੇ ਪੇਸ਼ ਕਰਤਾ ਤਾਂ ਕਿ ਪਤਾ ਨਹੀਂ ਲੱਗੇ ਕੌਣ ਹੈ। ਜਿਵੇਂ ਕਰਨੈਲ ਸਿੰਘ ਦਾ ਨਾਮ, ਕਰਨੈਲ ਨੂੰ ਆਪਾਂ ਕੈਲਾ ਕਹਿ ਦਿੰਦੇ ਹਾਂ, ਜਰਨੈਲ ਨੂੰ ਜੈਲਾ ਕਹਿ ਦਿੰਦੇ ਹਾਂ, ਕਯੂਮ ਨੂੰ ਉਰਫ 'ਚ ਕੁੰਮਾ ਕਿਹਾ ਜਾਂਦਾ ਹੈ। ਔਰ ਇਤਿਹਾਸ 'ਚ ਇਹੀ ਨਾਮ ਪ੍ਰਚਲਿਤ ਹੋ ਗਿਆ ਵੀ ਪਤਾ ਹੀ ਨਹੀਂ ਲੱਗੇ ਵੀ ਕੌਣ ਸੀ। ਹਾਲਾਂਕਿ ਉਹ ਇੱਕ ਮੁਸਲਮਾਨ ਸੀ। ਸਰਸਰ ਨਦੀ ਕੱਢ ਕੇ ਲਿਆ ਕੇ ਆਪਣੀ ਕੁਟੀਆ ਵਿੱਚ ਰੱਖਿਆ ਔਰ ਮਾਤਾ ਜੀ ਨੂੰ ਇਹ ਵਚਨ ਦਿੱਤਾ ਕਿ ਜਦ ਤੱਕ ਮੈਂ ਤੁਹਾਡੇ ਬੇਟੇ ਕੋਲ ਨਹੀਂ ਪਹੁੰਚਾਉਣ ਦਿੰਦਾ ਮੈਂ ਤੁਹਾਡੀ ਹਿਫਾਜ਼ਤ ਕਰੂੰਗਾ। ਫਿਰ ਸਾਰਾ ਇਤਿਹਾਸ ਪਤਾ ਹੈ ਕਿ ਕਿਸ ਤਰ੍ਹਾਂ ਉਹ ਗੰਗੂ ਦੁਸ਼ਟ ਉੱਤੇ ਆਉਂਦਾ ਹੈ, ਧੋਖੇ ਨਾਲ ਮਾਤਾ ਜੀ ਦੇ ਛੋਟੇ ਸਾਹਿਬਜ਼ਾਦੇ ਨੂੰ ਲੈ ਜਾਂਦਾ ਆਪਣੇ ਪਿੰਡ ਤੇ ਰਾਤ ਨੂੰ ਮੋਹਰਾਂ ਚੋਰੀ ਕਰਦਾ ਹੈ ਔਰ ਆਪ ਹੀ ਮੋਹਰਾਂ ਚੋਰੀ ਕਰਕੇ ਚੋਰ ਦਾ ਹੱਕਾ ਲਾਉਂਦਾ ਹੈ ਤੇ ਸਵੇਰੇ ਜਾ ਕੇ ਉਹ ਸੂਬੇ ਸਰਹੰਦ ਕੋਲ ਗ੍ਰਿਫਤਾਰ ਕਰਾਉਂਦਾ ਹੈ। ਮੈਂ ਅਕਸਰ ਸਵਾਲ ਕਰਦਾ ਵੀ ਜੇ ਗੰਗੂ ਇਹ ਦੁਸ਼ਟ ਇਹ ਗੱਦਾਰੀ ਨਾ ਕਰਦਾ ਤਾਂ ਸੂਬੇ ਸਰਹੰਦ ਨੂੰ ਕਿਹੜਾ ਸੁਪਨਾ ਆਉਂਦਾ ਸੀ ਵੀ ਮਾਤਾ ਜੀ ਦੇ ਛੋਟੇ ਸਾਹਿਬਜ਼ਾਦੇ ਸਿਹੋੜੀ ਰੁਕੇ ਹੋਏ ਨੇ। ਅਗਰ ਉਹ ਇਹ ਘਟਨਾ ਨਾ ਵਾਪਰਦੀ ਤਾਂ ਹੋ ਸਕਦਾ ਸੋਚ ਦਾ ਘਟਨਾ ਨਾ ਵਾਪਰਦੀ। ਤੇ ਇਸੇ ਤਰ੍ਹਾਂ ਹੀ ਜਦੋਂ ਸੂਬੇ ਦੇ ਕਚਹਿਰੀ 'ਚ ਸਾਹਿਬਜ਼ਾਦੇ ਨੂੰ ਬਰੀ ਕਰਨ ਦਾ ਫੈਸਲਾ ਹੋ ਗਿਆ ਤੇ ਜੇ ਸੁੱਚਾਨੰਦ ਉਸ ਵੇਲੇ ਸੂਬੇ ਸਰਹੰਦ ਨੂੰ ਨਾ ਭੜਕਾਉਂਦਾ ਤਾਂ ਵੀ ਹੋ ਸਕਦਾ ਇਹ ਸੋਗ ਦਾ ਘਟਨਾ ਨਾ ਵਾਪਰਦੀ। ਇਸ ਲਈ ਮੈਂ ਕਹਿੰਦਾ ਜਿੱਥੇ ਸੂਬਾ ਸਰਹੰਦ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਵਿੱਚ ਦੋਸ਼ੀ ਹੈ, ਉੱਥੇ ਸੁੱਚਾਨੰਦ ਤੇ ਗੰਗੂ ਵੀ ਬਰਾਬਰ ਦੇ ਦੋਸ਼ੀ ਨੇ। ਕਿਉਂਕਿ ਹਿੰਦੁਸਤਾਨ ਦੀ ਜਿਹੜੀ ਧਾਰਾ ਹੈ ਪੈਨਲ ਕੋਡ ਦੀ ਜਿਹੜੀ 120(b) 'ਚ ਇਹ ਕਿਹਾ ਗਿਆ ਹੈ ਵੀ ਜਿੰਨਾ ਜੁਰਮ ਕਰਨ ਵਾਲਾ ਮੁਜਰਮ ਗੁਨਾਹਗਾਰ ਹੈ, ਪਾਪੀ ਹੈ, ਉਹਨਾਂ ਹੀ ਭੜਕਾਉਣ ਵਾਲਾ ਵੀ ਮੁਜਰਮ ਹੈ। ਇਸੇ ਕਰਕੇ ਅੱਜ ਦੇਖਿਆ ਮੈਨੇ ਇੱਥੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿੱਥੇ ਇੱਕ ਪਾਸੇ ਸੂਬੇ ਸਰਹੰਦ ਨੂੰ ਕਢਾਇਆ ਹੈ ਤਾਂ ਉਹਦੇ ਬਰਾਬਰ ਦੂਸਰੇ ਪਾਸੇ ਸੁੱਚਾਨੰਦ ਤੇ ਗੰਗੂ ਨੂੰ ਵੀ ਕਢਾਇਆ ਹੋਇਆ ਤਾਂ ਕਿ ਪਤਾ ਲੱਗੇ ਲੋਕਾਂ ਨੂੰ ਵੀ ਅਸਲ ਦੋਸ਼ੀ ਕੌਣ ਸਨ। ਤੇ ਫਿਰ ਡਾਕਟਰ ਸਾਹਿਬ ਜਿਹੜੀਆਂ ਇੰਨੀਆਂ ਸਾਂਝਾਂ ਸੀ ਸਿੱਖ ਮੁਸਲਮਾਨਾਂ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਰਹੀਆਂ, ਤੇ ਫਿਰ ਇਤਿਹਾਸ ਦੇ ਵਿੱਚ ਇਹ ਹਕੂਮਤੀ ਜਿਹੜੇ ਮਤਭੇਦ ਨੂੰ ਧਾਰਮਿਕ ਮਤਭੇਦ ਕਿਵੇਂ ਬਣਾਏ ਗਏ? ਦੇਖੋ ਪਤਾ ਕੀ ਹੈ, ਸੱਚਾਈ ਇਹ ਹੈ ਕਿ ਹਮੇਸ਼ਾ ਤੋਂ ਹੀ ਲੋਕ ਜਿਹੜੇ ਹਾਕਮ ਲੋਕ ਤੇ ਇਤਿਹਾਸ ਦਾ ਸਹਾਰਾ ਲੈਂਦੇ ਰਹੇ ਨੇ। ਜਿਹੜਾ ਸਾਨੂੰ ਹੁਣ ਤੱਕ ਪੜਾਇਆ ਗਿਆ ਹੈ ਉਹ ਮਿਥਿਹਾਸ ਪੜਾਇਆ ਗਿਆ ਹੈ, ਸਾਨੂੰ ਇਤਿਹਾਸਕ ਰੁਖ ਨਹੀਂ ਦਿਖਾਇਆ ਗਿਆ। ਉਹ ਭੈੜੇ ਲੋਕਾਂ ਨੇ ਜਿਹੜੇ ਸਾਡੇ ਦੋਹਾਂ ਨੇ ਦੁਸ਼ਮਣ ਸਨ, ਉਹਨਾਂ ਨੇ ਐਸੀਆਂ ਸਾਖੀਆਂ ਤੇ ਇਤਿਹਾਸਿਕ ਘਟਨਾਵਾਂ ਸਾਡੇ ਇਤਿਹਾਸ ਵਿੱਚ ਦਰਜ ਕਰਾ ਦਿੱਤੀਆਂ ਜਿਹੜੀਆਂ ਸਾਨੂੰ ਦੋਹਾਂ ਕੌਮਾਂ ਨੂੰ ਇੱਕ ਦੂਜੇ ਤੋਂ ਦੂਰ ਲੈ ਜਾਣ ਦਾ ਕਾਰਨ ਬਣੀਆਂ। ਠੀਕ ਹੈ ਨੀ? ਇਸ ਲਈ ਜਦੋਂ ਤੱਕ ਉਹਨਾਂ ਸ਼ਰਾਰਤੀ ਲੋਕਾਂ ਦੇ ਦਿਮਾਗ ਦੀਆਂ ਬਣਾਵਟੀ ਕਹਾਣੀਆਂ ਦਾ ਸੱਚਾ ਢਾਂਚਾ ਪੇਸ਼ ਨਾ ਕੀਤਾ ਜਾਵੇ, ਉਹ ਕੁੜਤ ਨਹੀਂ ਜਾ ਸਕਦੀ। ਇਸ ਲਈ ਅਸੀਂ ਇਤਿਹਾਸ ਰਾਹੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਆਪਣੀ ਲਿਖਤਾਂ ਰਾਹੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਦੋਵੇਂ ਭਰਾ ਇਕੱਠੇ ਹੋ ਜਾਣ, ਕਿਉਂਕਿ ਦੋਵਾਂ ਦੀ ਜਿਹੜੀ ਨੀਂਹ ਹੈ ਉਹ ਇੱਕ ਹੈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਿੱਖੀ ਦੀ ਸਥਾਪਨਾ ਕੀਤੀ ਸੀ ਨਾ, ਉਹ ਅਕਾਲ ਪੁਰਖ ਦੀ ਏਕਤਾ ਤੇ ਕੀਤੀ ਸੀ, ਤੇ ਇਸਲਾਮ ਦੀ ਜਿਹੜੀ ਨੀਂਹ ਹੈ ਉਹ ਵੀ ਅਕਾਲ ਪੁਰਖ ਦੀ ਏਕਤਾ ਹੈ। ਸਾਡੇ ਤਾਂ ਜੜ ਦੀ ਸਾਂਝ ਹੈ। ਅਸੀਂ ਇਤਿਹਾਸ ਰਾਹੀਂ ਵੀ ਕੋਸ਼ਿਸ਼ ਕਰਦੇ ਹਾਂ ਤੇ ਇਸ ਤਰ੍ਹਾਂ ਦੇ ਲੰਗਰ ਲਾ ਕੇ ਵੀ ਕੋਸ਼ਿਸ਼ ਕਰਦੇ ਹਾਂ ਕਿ ਤਾਂ ਕਿ ਸਾਡੇ ਅੰਦਰ ਪਿਆਰ ਪੈਦਾ ਹੋ ਜਾਵੇ ਔਰ ਨਫ਼ਰਤਾਂ ਨੂੰ ਦੂਰ ਕੀਤਾ ਜਾ ਸਕੇ, ਕਿਉਂਕਿ ਨਫ਼ਰਤਾਂ ਨਾਲ ਨਹੀਂ ਕੱਟਿਆ ਜਾ ਸਕਦਾ, ਉਹਨੂੰ ਪਿਆਰ ਨਾਲ ਮਿਟਾਇਆ ਜਾ ਸਕਦਾ ਹੈ। ਇਸ ਸਾਂਝੀ ਵਾਲਤਾ ਜਿਹੜਾ ਸੁਨੇਹਾ ਇਸਲਾਮ ਦਾ ਔਰ ਸਿੱਖੀ ਦਾ ਵੀ ਸਾਂਝੀ ਵਾਲਤਾ ਸੁਨੇਹਾ, ਉਹੀ ਸੁਨੇਹਾ ਦੇਣ ਲਈ ਅੱਜ ਅਸੀਂ ਇੱਥੇ ਸ਼ਹੀਦਾਂ ਦੀ ਧਰਤੀ ਪਹੁੰਚੇ ਹਾਂ। ਹਾਂ ਦੇ ਨਾਰੇ ਦੀ ਧਰਤੀ ਤੋਂ ਦੁਬਾਰਾ ਹਾਂ ਦਾ ਨਾਰਾ ਮਾਰਨ ਲਈ ਆਪਣੇ ਸਿੱਖ ਭਰਾਵਾਂ ਲਈ।
ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸੋ ਇਸ ਹਨ ਡਾਕਟਰ ਮੁਹੰਮਦ ਨਸੀਰ। ਇੱਥੇ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਦੇ ਇੱਥੇ ਜਿਹੜੀ ਸੰਗਤ ਹੈਗੀ ਆ ਉਹ ਬੜੇ ਪਿਆਰ ਨਾਲ ਸਤਿਕਾਰ ਨਾਲ ਜਿਹੜੀ ਲੰਗਰ ਹੈ ਮਿੱਠੇ ਚੌਲਾਂ ਦਾ ਲੰਗਰ ਹੈ ਜਿਹੜਾ ਉਹ ਛਕ ਰਹੀ ਹੈ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ। ਇੱਥੇ ਸਾਡੇ ਨਾਲ ਕੁਝ ਕੁ ਨੌਜਵਾਨ ਵੀ ਨੇ ਜਿਹੜੇ ਇੱਥੇ ਲੰਗਰ ਛਕ ਰਹੇ ਨੇ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਠੀਕ ਠਾਕ। ਬਹੁਤ ਵਧੀਆ ਜੀ, ਬਹੁਤ ਕੀ ਵਧੀਆ। ਨਾਮ ਹੈ ਤੁਹਾਡਾ? ਸਰਬਜੀਤ ਆ ਜੀ। ਕਿੱਥੋਂ ਆਏ ਹੋ? ਅਸੀਂ ਬਰਨਾਲੇ ਤੋਂ ਜੀ। ਤੇ ਬਰਨਾਲੇ ਤੋਂ ਆਏ ਹੋ ਤੇ ਅੱਜ ਤੁਹਾਨੂੰ ਇਹ ਲੰਗਰ ਛਕ ਕੇ ਜਾਂ ਇੱਥੇ ਮੁਸਲਮਾਨ ਭਾਈਚਾਰਾ ਦੇਖ ਕੇ ਕਿਹੋ ਜਿਹਾ ਲੱਗ ਰਿਹਾ ਹੈ? ਕੀ ਚੱਲ ਰਿਹਾ ਹੈ ਇਸ ਵੇਲੇ ਦਿਲ ਦੇ ਵਿੱਚ? ਬਹੁਤ ਵਧੀਆ ਲੱਗ ਰਿਹਾ ਜੀ ਵੀ ਸਾਡੇ ਇਤਿਹਾਸਿਕ ਗੁਰਦੁਆਰਾ ਸਾਹਿਬ ਤੇ ਪਹੁੰਚੇ ਨੇਗੇ। ਸਾਡਾ ਵੀ ਫਰਜ਼ ਬਣਦਾ ਵੀ ਇਹਨਾਂ ਦਾ ਕੋਈ ਪ੍ਰੋਗਰਾਮ ਹੁੰਦਾ ਸਾਨੂੰ ਵੀ ਵੱਧ ਚੜ ਕੇ ਆਪਦਾ ਹਿੱਸਾ ਪਾਉਣਾ ਚਾਹੀਦਾਗਾ। ਇਸ ਨਾਲ ਭਾਈਚਾਰੇ ਤੇ ਸਾਂਝ ਵੱਧਦੀ ਆ ਤੇ ਬਹੁਤ ਵਧੀਆ ਉਪਰਾਲਾ ਕੀਤਾ। ਬਹੁਤ ਬਹੁਤ ਧੰਨਵਾਦ ਵੀਰਾਂ ਦਾ ਇੱਥੇ ਆਉਣ। ਸ਼ੁਕਰੀਆ ਜੀ। ਤੇ ਚੌਲ ਕਿਵੇਂ ਲੱਗੇ ਮਲੇਰਕੋਟਲੇ? ਬਹੁਤ ਸਵਾਦ ਜੀ, ਬਹੁਤ ਸਵਾਦ ਜੀ, ਬਹੁਤ ਵਧੀਆ ਟੇਸਟੀ ਨੇ ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਵੀ ਇੱਥੇ ਕਹਿ ਰਹੇ ਨੇ ਕਿ ਬੜਾ ਚੰਗਾ ਤੇ ਬੜਾ ਸੁਚੱਜਾ ਉਪਰਾਲਾ ਹੈਗਾ ਜਿਹੜਾ ਇਸ ਵੇਲੇ ਇੱਥੇ ਮੁਸਲਮਾਨ ਭਾਈਚਾਰੇ ਵੱਲੋਂ ਕੀਤਾ ਜਾ ਰਿਹਾ। ਕੀ ਨਾਮ ਹੈ ਤੁਹਾਡਾ? ਡਾਕਟਰ ਅਵਨੀਤ ਕੌਰ, ਅੱਛਾ, ਬਤੌਰ ਤੁਸੀਂ ਕੀ ਫਾਈਨ ਆਰਟ ਡਿਪਾਰਟਮੈਂਟ ਮਾਤਾ ਗੁਜਰੀ ਕਾਲਜ। ਅੱਛਾ, ਫਾਈਨ ਆਰਟ ਮਾਤਾ ਗੁਜਰੀ। ਇਹ ਕੀ ਪੇਂਟ ਕੀਤਾ ਅੱਜ ਤੁਸੀਂ ਜਿਹੜਾ? ਮੂਲ ਮੰਤਰ ਦਿੱਤਾ ਹੈਗਾ, ਇਹ ਮੈਸੇਜ ਦਿੱਤਾ ਸਮਾਜ ਨੂੰ ਕਿ ਹਿੰਦੂ ਮੁਸਲਿਮ ਭਾਈਚਾਰੇ ਦੀ ਭਾਵਨਾ ਨੂੰ ਅਸੀਂ ਇੱਥੇ ਲੈ ਕੇ ਆਏ ਹਾਂ। ਜੀ ਜੀ। ਹਾਂਜੀ। ਕਿਉਂ ਇਹਦੇ ਪਿੱਛੇ ਕਾਰਨ ਕੀ ਹੈ? ਅਸਲ ਕਾਰਨ ਕੀ ਹੈ ਇੱਥੇ ਮੂਲ ਮੰਤਰ ਦੇਣ ਦਾ, ਤੁਹਾਨੂੰ ਮੂਲ ਮੰਤਰ ਦਾ ਮੈਸੇਜ ਪਹੁੰਚਾਉਣ? ਐਕਚੁਅਲੀ ਚ ਅੱਜ ਦੇ ਟਾਈਮ ਵਿੱਚ ਜਿਹੜੇ ਸਾਰੇ ਲੋਕਾਂ ਵਿੱਚ ਜਿਹੜਾ ਮੈਸੇਜ ਹੈ, ਹਰ ਕੋਈ ਕਹਿੰਦਾ ਅਸੀਂ ਮੁਸਲਿਮ ਫੈਮਿਲੀ ਤੋਂ, ਅਸੀਂ ਹਿੰਦੂ ਫੈਮਿਲੀ ਤੋਂ, ਅਸੀਂ ਸਿੱਖ ਫੈਮਿਲੀ ਤੋਂ, ਐਨ ਸਾਰਿਆਂ ਦਾ ਜਿਹੜਾ ਇੱਕ ਮਕਸਦ ਹੈ ਹਰ ਗ੍ਰੰਥ ਦੇ ਵਿੱਚ ਉਹ ਇੱਕ ਹੈਗਾ। ਤੇ ਬੇਸ਼ੱਕ ਇਹ ਅਲੱਗ-ਅਲੱਗ ਆਪਾਂ ਗੁਰਮੁਖੀ ਹੈਗੀ ਹੈ ਜਾਂ ਮੁਸਲਮਾਨਾਂ ਦੀ ਡਿਫਰੈਂਟ ਲੈਂਗੁਏਜ ਹੈ, ਮੈਸੇਜ ਸਭ ਇੱਕ ਹੈਗਾ ਹਨਾ। ਸੇਮ ਮੈਸੇਜ ਹੈ, ਅੱਲਾ ਦਾ ਮੈਸੇਜ ਤੇ ਹੁਕਮ ਕਰਦਾ ਸੇਮ ਹੈ। ਅਸੀਂ ਆਪਣੀ ਭਾਸ਼ਾ ਵਿੱਚ ਇਹਨਾਂ ਨੂੰ ਸੇਮ ਉਹੀ ਮੈਸੇਜ ਦੇ ਰਹੇ ਹਾਂ। ਕੁਲ ਹੂ ਅੱਲਾਹੁ ਅਹਦ, ਕਹੋ ਰੱਬੀ ਕੋਈ ਕਹੇ। ਗੁਰਬਾਣੀ 'ਚ ਕਿਹਾ ਗਿਆ ਹੈ ਬੇਮੁਹਤਾਜ ਬੇਅੰਤ ਪਾਰਾ, ਆਸਾ ਮੁਹੱਲਾ ਪਹਿਲਾ ਅੰਗ 119 ਤੇ ਕੁਰਾਨ ਵਿੱਚ ਕਿਹਾ ਗਿਆ ਅੱਲਾਹੁ ਸਮਦ, ਉਹ ਰੱਬ ਬੇਮੁਹਤਾਜ ਹੈ, ਸਾਰੇ ਉਸਦੇ ਮੁਹਤਾਜ ਨੇ। ਗੁਰਬਾਣੀ 'ਚ ਕਿਹਾ ਗਿਆ ਸੋਰਠ ਮਹੱਲਾ ਪਹਿਲਾ ਅੰਗ 597 ਤੇ ਨਾ ਤਿਸ ਮਾਤ ਪਿਤਾ ਸਤ ਪੰਦਪ ਨਾ ਤਿਸ ਕਾਮ ਨਾ ਨਾਰੀ, ਉਸ ਰੱਬ ਦੇ ਨਾ ਮਾਤਾ ਪਿਤਾ ਨੇ, ਨਾ ਔਲਾਦ ਹੈ, ਨਾ ਰਿਸ਼ਤੇਦਾਰ ਨੇ, ਨਾ ਪਤਨੀ ਹੈ। ਕੁਰਾਨ ਵਿੱਚ ਕਿਹਾ ਗਿਆ ਸੂਰਾ ਇਖਲਾਸ 'ਚ ਲਮ ਯਲਿਦ ਵਲਮ ਯੂਲਦ, ਉਸਦੇ ਨਾ ਕੋਈ ਔਲਾਦ ਹੈ ਨਾ ਕਿਸੇ ਦੀ ਔਲਾਦ ਹੈ। ਗੁਰਬਾਣੀ 'ਚ ਕਿਹਾ ਗਿਆ ਆਸਾ ਮਹੱਲਾ ਪਹਿਲਾ ਅੰਗ 419 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਤੁਮ ਸਭ ਜ਼ਰ ਅਬਰ ਕੋ ਨਾਹੀ, ਉਸਦੇ ਜੋੜ ਦਾ ਕੋਈ ਨਹੀਂ ਹੈ। ਕੁਰਾਨ ਵਿੱਚ ਕਿਹਾ ਗਿਆ ਚੈਪਟਰ ਇਖਲਾਸ ਆਇਤ ਨੰਬਰ 4 ਤੇ ਬਲਮੀਆ ਕੁੱਲਾਹੂ ਕੁਫੂਵਨ ਅਹਦ, ਉਸਦੇ ਜੋੜ ਦਾ ਕੋਈ ਨਹੀਂ ਹੈ। ਅਸਲ ਮੈਡਮ ਜਿਹੜਾ ਦਿੱਤਾ ਹੈ ਕਿਉਂਕਿ ਸਾਡਾ ਜਿਹੜਾ ਵਿਸ਼ਵਾਸ ਦੀ ਸਾਂਝ ਹੈ, ਸਾਡੀ ਅਕੀਦੇ ਦੀ ਸਾਂਝ ਹੈ, ਸਾਡੀ ਜਿਹੜੀ ਤੌਹੀਦ ਦੀ ਸਾਂਝ ਹੈ, ਸਾਡੀ ਜੜ ਦੀ ਸਾਂਝ ਹੈ। ਸਿੱਖੀ ਦੀ ਸਥਾਪਨਾ ਵੀ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਏਕਤਾ ਦੀ ਨੀਂਹ ਤੇ ਕੀਤੀ ਸੀ ਤੇ ਇਸਲਾਮ ਦੀ ਜਿਹੜੀ ਜੜ ਹੈ ਉਹ ਵੀ ਰੱਬ ਦੀ ਏਕਤਾ ਹੈ, ਅਕਾਲ ਪੁਰਖ ਦੀ ਏਕਤਾ ਹੈ। ਇਸੇ ਕਰਕੇ ਤੁਸੀਂ ਦੇਖੋਗੇ ਜਿਹੜਾ ਇੱਕ ਓਂਕਾਰ ਜਿੱਥੋਂ ਸ਼ੁਰੂ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ, ਮਿਸਟਰ ਮੈਕਾਲਫ ਹੋਏ ਨੇ ਬਹੁਤ ਵੱਡੇ ਅੰਗਰੇਜ਼ ਸਕਾਲਰ, ਜਿਹੜਾ ਉਹਨਾਂ ਨੇ ਇਸਦਾ ਟ੍ਰਾਂਸਲੇਟ ਕੀਤਾ ਕਿਤੇ देयर इज नो अदर बट वन गॉड। ਇੱਕ ਤਰ੍ਹਾਂ ਦਾ ਇਹ ਲਾ ਇਲਾਹਾ ਇਲੱਲ੍ਲਾਹ ਦਾ ਲਫ਼ਜ਼ੀ ਤਰਜਮਾ ਹੈ। ਤੁਸੀਂ ਪਾਣੀ ਕਹਿੰਦੇ ਹੋ, ਪਾਣੀ ਸਾਰੀ ਤੁਸੀਂ ਜਲ ਕਹਿੰਦੇ ਹੋ, ਮੈਂ ਵਾਟਰ ਕਹਿਣਾ, ਭਾਸ਼ਾ ਬਦਲੀ ਹੈ। ਸਾਡੀ ਉਹ ਵਿਸ਼ਵਾਸ ਦੀ ਸਾਂਝ ਹੈ ਜਿਹੜੀ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਾਡੇ ਵਿਚਕਾਰ ਕਾਇਮ ਕੀਤੀ ਸੀ। ਜੀ ਜੀ। ਸੋ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਅੱਜ ਜਿਹੜੀ ਇੱਥੇ ਸਾਂਝਾਂ ਪਈਆਂ ਨੇ ਇਹ ਲਾ ਉਮਰ ਔਰ ਆਉਂਦੀ ਦੁਨੀਆ ਤੱਕ ਇਹ ਮਿਸਾਲ ਬਣ। ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਬੜਾ ਭਾਵੁਕ ਮਾਹੌਲ ਇੱਥੇ ਬਣਿਆ ਹੋਇਆ ਹੈ। ਮੁਸਲਮਾਨ ਭਾਈਚਾਰੇ ਵੱਲੋਂ ਲੰਗਰ ਲਗਾਇਆ ਜਾ ਰਿਹਾ ਤੇ ਸਿੱਖ ਭਾਈਚਾਰਾ ਆਪੋ ਆਪਣੇ ਤਰੀਕੇ ਨਾਲ ਜਿਹੜਾ ਸਨੇਹਾ ਹੈ ਉਹ ਇੱਥੇ ਦਿੰਦੀ ਨਜ਼ਰ ਆ ਰਿਹਾ। ਸਤਿ ਸ਼੍ਰੀ ਅਕਾਲ ਬਾਈ। ਭਾਈ ਖਾਲਸਾ ਭਾਈ ਫਤਿਹ ਜੀ। ਜੀ ਬੜੀ ਸੋਹਣੀ ਪੱਗ ਬੰਨੀ ਹੈ ਤੁਸੀਂ। ਹਾਂਜੀ ਹਾਂਜੀ ਹਾਂਜੀ। ਕੀ ਨਾਮ ਹੈ ਤੁਹਾਡਾ? ਗੁਰਪ੍ਰੀਤ ਸਿੰਘ ਜੀ, ਮੰਡੀ ਗੋਬਿੰਦਗੜ੍ਹ ਤੋਂ। ਮੰਡੀ ਗੋਬਿੰਦਗੜ੍ਹ ਤੋਂ। ਹਾਂਜੀ। ਇੱਥੇ ਕੀ ਦੇਖ ਰਹੇ ਸੀ? ਬੜੇ ਗੌਰ ਨਾਲ ਤੁਸੀਂ ਸਭ ਚੀਜ਼ ਦੇਖ ਰਹੇ ਸੀ। ਬਹੁਤ ਮੁਸਲਮਾਨ ਭਾਈਚਾਰੇ ਜਿਹੜੇ ਸ਼ੁਰੂਆਤ ਕਰੀਏ ਬਹੁਤ ਹੀ ਵਧੀਆ ਕਿ ਆਪਾਂ ਨੂੰ ਇਕਤਾ ਵਧਾ ਕੇ ਅੱਗੇ ਵਧਣਾ ਚਾਹੀਦਾ ਸਾਰਿਆਂ ਨੂੰ। ਹਾਂਜੀ। ਤੇ ਅੱਜ ਇੱਥੇ ਚੌਲਾਂ ਦਾ ਲੰਗਰ ਵਰਤਾ ਰਿਹਾ ਹੈ, ਸਿੱਖ ਸੰਗਤ ਵੀ ਬੜੀ ਗਿਣਤੀ ਦੇ ਵਿੱਚ ਇੱਥੇ ਛਕ ਰਹੀ ਹੈ। ਕਦੇ ਲੱਗਦਾ ਸੀ ਕਿ ਇਦਾਂ ਦਾ ਮਾਹੌਲ ਆਏਗਾ? ਉਹ ਮੁਸਲਮਾਨ ਜਿਨ੍ਹਾਂ ਨੂੰ ਹੁਣ ਤੱਕ ਸਾਡੇ ਇਤਿਹਾਸਕਾਰਾਂ ਨੇ, ਅਸੀਂ ਇਤਿਹਾਸਕਾਰਾਂ ਨੇ ਨਹੀਂ ਕਹਾਂਗੇ, ਅਖੌਤੀ ਇਤਿਹਾਸਕਾਰਾਂ ਨੇ ਜਿਹੜਾ ਹੁਣ ਤੱਕ ਭੰਡਿਆ, ਉਹ ਕਿਤੇ ਨਾ ਕਿਤੇ ਉਹ ਧੁੰਦ ਹੈ ਜਿਹੜੀ ਉਹ ਸਾਫ਼ ਹੋ ਰਹੀ ਹੈ। ਕਦੇ ਵੀ ਨਾ ਬਹੁਤਾਤ ਦੀ ਗਿਣਤੀ ਮਾੜੀ ਨਹੀਂ ਹੁੰਦੀ। ਜੇ ਇੱਕ ਰਾਜਾ ਮਾੜਾ ਨਿਕਲ ਗਿਆ, ਜਿਵੇਂ ਮੋਦੀ ਹੁਣ ਆਪਣੇ ਖਿਲਾਫ ਆ ਰਿਹਾ, ਤਾਂ ਆਪਾਂ ਉਹਦੇ ਨਾਲ ਹਿੰਦੂ ਧਰਮ ਮਾੜਾ ਨਹੀਂ ਕਹਿ ਸਕਦੇ। ਇਸ ਲਈ ਸਿੱਖ ਧਰਮ ਦਾ ਹਮੇਸ਼ਾ ਸ਼ੁਰੂ ਤੋਂ ਗੁਰੂ ਨਾਨਕ ਦੇਵ ਜੀ ਦੇ ਨਾਲ ਹੀ ਰਹੀ ਹੈ। ਬਸ ਇੱਕ ਰਾਜਾ ਮਾੜਾ ਨਿਕਲ ਗਿਆ ਤਾਂ ਉਹਦੇ ਨਾਲ ਸਾਰੀ ਮੁਸਲਮਾਨ ਕੌਣ ਨਹੀਂ ਹੈਗੇ, ਇਹ ਸਾਰੇ ਮੁਸਲਮਾਨ ਹੈਗੇ ਨੇ, ਗੁਰੂ ਨਾਨਕ ਦੇਵ ਜੀ ਮੰਨਣ ਵਾਲੇ ਨੇ ਤੇ ਉਸ ਚੀਜ਼ ਦਾ ਹੀ ਸਬੂਤ ਦੇ ਰਹੇ ਨੇ ਹੁਣ। ਜੀ। ਸੋ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਇੱਕ ਬੰਦਾ ਜੇਕਰ ਗਲਤ ਹੈ ਤਾਂ ਉਸ ਨਾਲ ਪੂਰੀ ਕੌਮ ਗਲਤ ਨਹੀਂ ਹੁੰਦੀ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ ਜੀ। ਮੈਂ ਇਸ ਬਾਰੇ ਪੁੱਛਣਾ ਚਾਹਣਾ, ਅੱਜ ਮੁਸਲਮਾਨ ਭਾਈਚਾਰਾ ਇੱਥੇ ਆਇਆ, ਲੰਗਰ ਲਾਇਆ, ਸੰਗਤ ਬੜੇ ਪਿਆਰ ਨਾਲ, ਬੜੇ ਸ਼ਰਧਾ ਨਾਲ, ਸਤਿਕਾਰ ਨਾਲ ਛਕ ਰਹੀ ਹੈ। ਕਦੇ ਲੱਗਦਾ ਸੀ ਕਿ ਇਦਾਂ ਇੱਕ ਵਾਰ ਫੇਰ ਹਾਂ ਦਾ ਨਾਰਾ ਵੱਜੂਗਾ 300 ਸਾਲਾਂ ਤੋਂ ਬਾਅਦ? ਬਿਲਕੁਲ ਲੱਗਦਾ ਸੀ ਜੀ। ਇਹ ਤਾਂ ਜਿਹੜੇ ਰਾਜਨੀਤਿਕ ਲੋਕ ਸੀਗੇ
ਉਹਨਾਂ ਦਾ ਪਾੜਾ ਪਾਇਆ, ਸਾਡਾ ਪਾੜਾ ਤਾਂ ਕੋਈ ਨਹੀਂ ਹੈ। ਇਹ ਤਾਂ ਰਾਜਨੀਤਿਕ ਲੋਕਾਂ ਦੀ ਚਾਲ ਸੀ। ਤਸਵੀਰਾਂ 'ਚ ਤੁਹਾਨੂੰ ਦਿਖਾ ਦਿੰਦੇ ਆ ਇੱਕ ਵਾਰ ਫਿਰ। ਅਸੀਂ ਜੋ ਲੋਕ ਲੰਗਰ ਛਕਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਜੋ ਲੋਕ ਛਕ ਰਹੇ ਨੇ ਉਹਨਾਂ ਨਾਲ ਵੀ ਇੱਕ ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ। ਗਰਮਾ ਗਰਮ ਜਿਹੜੇ ਚਾਵਲ ਨੇ, ਦੇਗਾਂ ਦੇ ਵਿੱਚ ਜਿਹੜੇ ਗਰਮਾ ਗਰਮ ਚਾਵਲ ਨੇ, ਉਹ ਬਿਲਕੁਲ ਕਿਉਂਕਿ ਸਰਦੀ ਦਾ ਮੌਸਮ ਹੈ, ਠੰਡ ਬਹੁਤ ਜ਼ਿਆਦਾ ਹੈ, ਇਸ ਕਰਕੇ ਨਾਲ ਦੀ ਨਾਲ ਜਿਹੜੀ ਸੰਗਤ ਨੂੰ ਛਕਾਏ ਜਾ ਰਹੇ ਨੇ। ਇਹ ਪਿੱਛੇ ਦੀਆਂ ਤਸਵੀਰਾਂ ਨੇ। ਸਾਡੇ ਨਾਲ ਸਿੱਖ ਵੀਰ ਨਾਲ ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਲ ਚਾਲ? ਬਹੁਤ ਵਧੀਆ ਵੀਰ ਜੀ। ਬਹੁਤ ਕਿੱਥੋਂ ਆਏ ਹੋ? ਮੈਂ ਵੀਰ ਜੀ ਬੇਸਿਕਲੀ ਬਠਿੰਡੇ ਦਾ ਹਾਂ, ਬਟ ਇੱਥੇ ਮੈਂ ਮਾਤਾ ਗੁਜਰੀ ਕਾਲਜ ਦੇ ਵਿੱਚ ਪ੍ਰੋਫੈਸਰ ਹਾਂ ਜੀ। ਅੱਛਾ ਜੀ। ਸਾਨੂੰ ਇਹ ਸਵੇਰੇ ਹੀ ਪਤਾ ਲੱਗਿਆ ਸੀਗਾ ਕਿ ਇਹ ਪ੍ਰੋਗਰਾਮ ਮੁਸਲਮਾਨ ਵੀਰ ਸਾਡੇ ਕਰ ਰਹੇ ਨੇ, ਤੇ ਬਹੁਤ ਵਧੀਆ ਲੱਗਿਆ ਕਿ ਕਦੋਂ ਦੀ ਪੜਾਉਣੇ ਪ੍ਰੋਫੈਸਰ? ਮੈਂ ਇਕਨੋਮਿਕਸ ਟੀਚ ਕਰਦਾ। ਇਕਨੋਮਿਕਸ ਪੜਾਉਣਾ। ਕਦੇ ਤੁਹਾਨੂੰ ਲੱਗਦਾ ਹੈ ਕਿ ਜੋ ਸਾਡੇ ਰਾਜਨੀਤਿਕ ਲੋਕਾਂ ਨੇ ਗਿਣਤੀ ਮਿੰਤੀ ਨੂੰ ਖਰਾਬ ਕਰਤਾ ਸੀ? ਨਹੀਂ, ਇਹ ਤਾਂ ਦੇਖੋ ਜੀ, ਇਹ ਸਾਂਝ ਇਹੋ ਜੀ ਸਾਂਝ ਹੈਗੀ, ਇਹ ਟੁੱਟ ਨਹੀਂ ਸਕਦੀ ਹੈਗੀ। ਠੀਕ ਹੈ ਨਾ? ਇਹ ਸਾਡੇ ਵਿਰਸੇ ਦੀ ਸਾਂਝ ਹੈਗੀ। ਸਾਡੇ ਬੱਚਿਆਂ ਨੂੰ ਮਤਲਬ ਕਿ ਸਾਨੂੰ ਦੱਸਣਾ ਚਾਹੀਦਾ ਹੈਗਾ ਕਿ ਇੱਕ ਹਰ ਜਗ੍ਹਾ ਤੇ ਨਾ ਇੱਕ ਚੀਜ਼ ਦੇਖੋ, ਮੁਸਲਮਾਨ ਨੂੰ ਨੈਗੇਟਿਵ ਪੇਸ਼ ਕੀਤਾ ਜਾਂਦਾ ਹਰ ਜਗ੍ਹਾ ਦੇ ਉੱਤੇ, ਪਰ ਜਿਹੜੀਆਂ ਕਈ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਕਿ ਸਿਰਫ ਮੁਸਲਮਾਨ ਨਾਲ ਨਹੀਂ ਐਸੋਸੀਏਟਡ ਹੈਗੀਆਂ, ਹਨਾ, ਇਨਸਾਨੀਅਤ ਨਾਲ ਵੀ ਐਸੋਸੀਏਟਡ ਹੈਗੀਆਂ। ਉੱਥੇ ਮੁਸਲਮਾਨਾਂ ਦਾ ਰੋਲ ਕਿੱਧਰ ਗਿਆ ਉਹ ਕੋਈ ਦਿਖਾਉਂਦਾ ਨਹੀਂ ਹੈਗਾ। ਸਿਰਫ ਨੈਗੇਟਿਵਿਟੀ ਸਿੱਖ ਤੇ ਮੁਸਲਮਾਨ ਦੋਨਾਂ ਨੂੰ ਇਹ ਚੀਜ਼ ਪੇਸ਼ ਕਰ ਕੀਤੀ ਜਾਂਦੀ ਹੈ ਜੀ ਹਰ ਜਗ੍ਹਾ ਦਾ। ਦੇਖੋ ਤੁਸੀਂ ਹੁਣ ਜਿਹੜਾ ਉੱਥੇ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਵੀ ਇਹੀ ਕਿਹਾ ਜਾਂਦਾ ਵਾਰ-ਵਾਰ ਕਿ ਦਹਿਸ਼ਤ ਕਰਦੇ ਨੇ ਹਨਾ। ਹੋਰ ਤਾਂ ਹੋਰ ਇਹ ਕਹੀ ਜਾਂਦੇ, ਕਹਿੰਦੇ ਪਾਕਿਸਤਾਨ ਕਹਿੰਦੇ ਸਪੋਰਟ ਕਰ ਰਿਹਾ ਹੈਗਾ। ਸਹੀ। ਫਿਰ ਇਸ ਚੀਜ਼ ਨੂੰ ਜ਼ਿੰਮੇਵਾਰ ਕੌਣ ਨੇ? ਇਹ ਮਾਨਸਿਕਤਾ ਦੇ ਲਈ ਸਾਨੂੰ ਕਿਤੇ ਨਾ ਕਿਤੇ ਕਾਊਂਟਰ ਤਾਂ ਕਰਨਾ ਪੈਣਾ ਪ੍ਰੋਫੈਸਰ। ਕਰਨਾ ਤਾਂ ਪੈਣਾ ਜੀ। ਦੇਖੋ ਇਹਦੇ ਵਿੱਚ ਮੇਰੇ ਖਿਆਲ ਨਾਲ ਇਵੇਂ ਹੋ ਸਕਦਾ, ਇਹਦੇ ਵਿੱਚ ਇਹੀ ਹੈਗਾ ਵੀ ਆਪਸੀ ਜਿਹੜੀਆਂ ਧਾਰਮਿਕ ਸਾਂਝਾਂ ਨੇ ਉਹਨਾਂ ਨੂੰ ਮਜ਼ਬੂਤ ਬਣਾਇਆ ਜਾਵੇ। ਇਸ ਚੀਜ਼ ਨੂੰ ਹਾਈਲਾਈਟ ਕੀਤਾ ਜਾਵੇ ਕਿ ਦੂਸਰਾ ਧਰਮ ਸਾਡੇ ਲਈ ਕੀ ਪਰਫਾਰਮ ਕਰ ਰਿਹਾ, ਸਾਡੇ ਲਈ ਕੀ ਮਤਲਬ ਕਿ ਸਟੇਟਸ ਸੈੱਟ ਕਰ ਰਿਹਾ, ਸਾਡੇ ਲਈ ਕੀ ਸਟੈਂਡਰਡ ਸੈੱਟ ਕਰ ਰਿਹਾ ਹੈਗਾ। ਉਹ ਚੀਜ਼ ਦਿਖਾਉਣੀ ਚਾਹੀਦੀ ਹੈ, ਸਾਨੂੰ ਪ੍ਰਮੋਟ ਕਰਨਾ ਚਾਹੀਦਾ ਆਪਸ ਚ। ਮੈਂ ਤਾਂ ਸਗੋਂ ਦੀ ਇੱਥੋਂ ਦੀ ਲੰਘ ਰਿਹਾ ਸੀਗਾ, ਮੈਨੂੰ ਪਤਾ ਲੱਗਿਆ, ਇਹ ਮੇਰੀ ਬੇਟੀ ਹੈ ਜੀ, ਬੇਟੀ ਨੂੰ ਪੁੱਛਿਆ, ਕਹਿੰਦੀ ਪਾਪਾ ਇਹ ਕੀ ਹੋ ਰਿਹਾ? ਮੈਂ ਕਿਹਾ ਜੀ ਇਹ ਦੇਖੋ ਮੁਸਲਮਾਨ ਵੀਰ ਨੇ ਨਿਆਜ਼ ਵੰਡਦੇ ਹੁੰਦੇ ਹੈਗੇ, ਮੈਂ ਜਦੋਂ ਖੁਸ਼ ਹੋਣ, ਹਨਾ, ਇੰਨਾ ਕਿ ਸਾਨੂੰ ਪਤਾ ਹੈਗਾ। ਤੇ ਸਾਨੂੰ ਇੱਥੇ ਆ ਕੇ ਸਗੋਂ ਦੀ ਇਹਨੇ 2 ਵਾਰੀ ਖਾਧਾ, ਮੈਨੂੰ ਬਹੁਤ ਅੱਛਾ ਲੱਗਿਆ। ਮੈਂ ਕਿਹਾ ਵੀ ਚਲੋ ਮੇਰਾ ਬੱਚਾ ਇਸ ਚੀਜ਼ ਨੂੰ ਸਿੱਖਦਾ ਰਿਹਾ ਨਾ, ਕੁਛ ਚੀਜ਼ ਤਾਂ ਵੀ ਮੇਰਾ ਬੱਚਾ ਇਸ ਚੀਜ਼ ਨੂੰ ਕੁਛ ਨਾ ਕੁਛ ਪੋਜ਼ਿਟਿਵਲੀ ਕੁਛ ਨਾ ਕੁਛ ਲੈ ਰਿਹਾ ਅੱਜ ਚੋਂ, ਹਨਾ। ਪ੍ਰੋਫੈਸਰ ਫਿਰ ਜਿਹੜੀ ਗੁੜਤੀ ਹੈ, ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਗੁੜਤੀ ਹੈ, ਚਾਹੇ ਉਹ ਸਿੱਖ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਹਿੰਦੂ ਹੋਵੇ, ਸਾਨੂੰ ਸਾਂਝੀਵਾਲਤਾ ਦੀ ਜਿਹੜੀ ਗੁੜਤੀ ਹੈ ਉਹ ਬੱਚਿਆਂ ਨੂੰ ਦੇਣੀ ਪਏਗੀ ਤਾਂ ਕਿਤੇ ਜਾ ਕੇ। ਜੀ ਬਿਲਕੁਲ ਦੇਣੀ ਪਏਗੀ, ਨਹੀਂ ਤਾਂ ਉਹੀ ਗੱਲ ਆਊਗੀ ਵੀ ਕੁਛ ਤਾਂ ਘੱਟ ਗਿਣਤੀਆਂ ਦਾ ਰੌਲਾ ਜੀ, ਠੀਕ ਹੈ, ਕੁਛ ਫਿਰ ਜਾਤ ਪਾਤ ਦੇ ਰੌਲੇ 'ਚ ਫਸ ਕੇ ਰਹਿ ਜਾਾਂਗੇ ਅਸੀਂ ਜੀ, ਫਿਰ ਇਨਸਾਨੀਅਤ ਖਤਮ ਹੋ ਜਾਂਦੀ ਹੈ ਜੀ ਇਸ ਜਗ੍ਹਾ ਤੇ ਜਾ ਕੇ। ਸੋ ਤਸਵੀਰਾਂ ਤੁਸੀਂ ਇੱਕ ਵਾਰ ਦੇਖ ਸਕਦੇ ਹੋ। ਇੱਕ ਵਾਰ ਫਿਰ ਇੱਥੇ ਜਿਹੜੀਆਂ ਤਸਵੀਰਾਂ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਖਿਚਾਈਆਂ ਜਾ ਰਹੀਆਂ ਨੇ। ਇਸ ਲੰਗਰ ਨੂੰ ਵਰਤਾਉਣ ਵਾਲੀ ਟੀਮ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੇ ਆ। ਪਹਿਲੀ ਵਾਰ ਮਲੇਰਕੋਟਲੇ ਦੇ ਇਤਿਹਾਸ ਦੇ ਵਿੱਚ ਇਹ ਮੌਕਾ ਆਇਆ ਹੈ ਕਿ ਜਦੋਂ ਮਲੇਰਕੋਟਲਾ ਦੇ ਵਿੱਚੋਂ ਲੋਕ ਚੱਲ ਕੇ ਪਾਕ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਆਏ ਹੋਣ। ਟੀਮ ਦੇ ਵਿੱਚੋਂ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਆ ਤੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਇੱਥੇ ਜਿਹੜੇ ਕਿਹੋ ਜਿਹਾ ਉਹਨਾਂ ਦਾ ਤਜਰਬਾ ਰਿਹਾ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਜੀ ਮੁਹੰਮਦ ਇਰਫਾਨ ਹੈ ਜੀ। ਤੇ ਇਰਫਾਨ ਸਾਹਿਬ, ਤੁਸੀਂ ਇੱਥੇ ਅੱਜ ਆਏ ਹੋ, ਮਲੇਰਕੋਟਲੇ ਤੋਂ ਚੱਲ ਕੇ ਆਏ ਹੋ। ਪਹਿਲੀ ਵਾਰ ਇਹ ਮੌਕਾ ਆਇਆ ਕਿ ਮਲੇਰਕੋਟਲੇ ਦਾ ਮੁਸਲਮਾਨ ਭਾਈਚਾਰਾ ਸ੍ਰੀ ਫਤਿਹਗੜ੍ਹ ਸਾਹਿਬ 300 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਲੰਗਰ ਲਾ ਕੇ ਆਇਆ ਹੋਵੇ। ਕਿਹੋ ਜਿਹਾ ਤਜਰਬਾ ਰਿਹਾ ਤੇ ਕਿਹੋ ਜਿਹਾ ਪਿਆਰ ਤੁਹਾਨੂੰ ਸਤਿਕਾਰ ਇੱਥੇ ਮਿਲਿਆ? ਪਿਆਰ ਤਾਂ ਜੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਜਦੋਂ ਅਸੀਂ ਸਵੇਰ ਇੱਥੇ ਲੰਗਰ ਲਗਾਇਆ ਤਾਂ ਜਿਹੜੇ ਸਾਡੇ ਸਿੱਖ ਭਾਈ ਨੇ ਉਹ ਸਾਨੂੰ ਜੱਫੀਆਂ ਪਾ ਕੇ ਗਏ ਨੇ। ਮਤਲਬ ਤਕਰੀਬਨ 1.5 ਘੰਟਾ ਸਾਡੇ ਨਾਲ ਫੋਟੋਆਂ ਖਿਚਾਉਂਦੇ ਰਹੇ ਨੇ, ਕਿਉਂਕਿ ਇਸ ਧਰਤੀ ਦੇ ਉੱਪਰ ਜਿਹੜੀਆਂ ਸਾਂਝਾਂ ਨੇ 300 ਸਾਲ ਬਾਅਦ ਫਿਰ ਮੁੜ ਸੁਰਜੀਤ ਹੋਈਆਂ ਨੇ। ਇੱਕ ਤਾਂ ਜਿਹੜੇ ਸਾਡੇ ਮਲੇਰਕੋਟਲੇ ਦੇ ਨਵਾਬ, ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀ, ਜਦ ਤਾਂ ਉਹ ਧਰਤੀ ਨਾਲ, ਜਾਂ ਫਿਰ ਅੱਜ ਜਿਹੜੇ ਮਲੇਰਕੋਟਲੇ ਦੇ ਮੁਸਲਮ ਭਾਈਚਾਰਾ ਅੱਜ ਇੱਥੇ ਆ ਕੇ ਲੰਗਰ ਲਾਇਆ ਤਾਂ ਉਹ ਲੱਗਿਆ ਕਿ ਅੱਜ ਤੋਂ 300 ਸਾਲਾਂ ਦਾ ਜਿਹੜਾ ਵਕਫਾ ਉਹ ਬਹੁਤ ਨਜ਼ਦੀਕ ਹੋ ਗਿਆ। ਮਤਲਬ ਜਿਹੜਾ 300 ਸਾਲ ਪਹਿਲਾਂ ਮਾਹੌਲ ਸੀਗਾ, ਠੀਕ ਹੈ ਕਿ ਨਹੀਂ, ਮਤਲਬ ਅੱਜ ਫਿਰ ਸਾਰੇ ਜਿਹੜੇ ਹੈਗੇ ਨੇ ਇੱਕ ਹੋ ਗਏ ਨੇ ਤੇ ਬੜਾ ਵਧੀਆ ਰਿਸਪੌਂਸ ਮਿਲ ਰਿਹਾ। ਬਹੁਤ ਹੀ ਅੱਛਾ ਲੱਗ ਰਿਹਾ ਇੱਥੇ ਆ ਕੇ, ਰੂਹ ਨੂੰ ਸਕੂਨ ਮਿਲ ਰਿਹਾ ਔਰ ਮਤਲਬ ਇੱਕ ਭਾਈਚਾਰਾ ਦੇਖਣ ਨੂੰ ਮਿਲ ਰਿਹਾ। ਜਿਹੜੇ ਇੱਥੇ ਤੁਸੀਂ ਹੋਰ ਵੀ ਇੱਥੇ ਜਿਹੜੇ ਭਾਈਆਂ ਨੂੰ ਮਿਲੋਗੇ, ਚਾਹੇ ਉਹ ਸਿੱਖ ਭਾਈ ਨੇ ਸਾਡੇ, ਉਹਨਾਂ ਨੂੰ ਵੀ ਸਕੂਨ ਆ। ਉਹਨਾਂ ਦੇ ਦੇਖੋ ਲੰਗਰ ਛਕਣਾ ਅਲੱਗ ਗੱਲ ਆ। ਜਦੋਂ ਉਹਨਾਂ ਨੇ ਸਾਡਾ ਬੈਨਰ ਦੇਖਿਆ ਸਿੱਖ ਮੁਸਲਿਮ ਸਾਂਝਾਂ ਦਾ, ਆ ਕੇ ਸਾਡੇ ਨਾਲ ਗੱਲਬਾਤ ਕੀਤੀ, ਸਾਨੂੰ ਦੇਖ ਕੇ ਮਤਲਬ 1.5 ਘੰਟਾ ਤੁਸੀਂ ਜੱਫੀ ਪਾਉਂਦੇ ਰਹੇ?
ਜਿਵੇਂ ਜਿਵੇਂ 47 ਦੇ ਵਿੱਚ ਵਿਛੜੇ ਹੋਏ ਭਰਾ ਤੇ ਇੱਥੇ ਤੁਹਾਨੂੰ ਅੱਜ ਇਹ ਲੱਗਿਆ ਕਿ 300 ਸਾਲ ਬਾਅਦ ਫਿਰ ਵਿਛੜੇ ਹੋਏ ਭਰਾ ਮਿਲੇ। ਹਾਂਜੀ ਹਾਂਜੀ, ਜਿਵੇਂ ਮਤਲਬ ਆਪਾਂ ਕਈ ਵੀਡੀਓਜ਼ ਦੇਖਦੇ ਹਾਂ ਬੜੇ ਇਮੋਸ਼ਨਲ ਕਰ ਦਿੰਦੀਆਂ ਨੇ ਕਿ ਜਿਹੜੋ 47 ਦੇ ਵਿੱਚ ਕੀ ਹਾਲ ਹੋਇਆ ਹੋਣਾ, ਇਹ ਤਾਂ ਫਿਰ 300 ਸਾਲ ਦਾ ਪੁਰਾਣਾ ਵਕਫਾ ਹੋ ਗਿਆ ਤੇ ਕਿੰਨਾ ਲੋਕ ਖੁਸ਼ ਹੋਣਗੇ, ਕਿੰਨੇ ਇਮੋਸ਼ਨਲ ਹੋਣਗੇ, ਬੜੇ ਲੋਕ ਇਮੋਸ਼ਨਲ ਹੋ ਗਏ। ਅਸੀਂ ਵੀ ਖੁਦ ਵੀ ਕਾਫੀ ਟਾਈਮ ਬਾਅਦ ਇੱਕ ਇਸ ਤਰ੍ਹਾਂ ਦਾ ਇੱਕ ਪਵਿੱਤਰ ਮੌਕਾ ਮਿਲਿਆ। ਮੈਂ ਰੱਬ ਤੋਂ ਇਹੀ ਦੁਆ ਕਰਦਾ ਵੀ ਇਹ ਜਿਹੜੀਆਂ ਸਾਡੀਆਂ ਸਾਂਝਾਂ ਨੇ ਇਹ ਬਹੁਤ ਟਾਈਮ ਤੱਕ ਰਹਿੰਦੀ ਦੁਨੀਆ ਤੱਕ ਆਈ ਚੱਲਦੀਆਂ ਰਹਿਣ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਤਸਵੀਰਾਂ ਨੇ ਸਿੱਖ ਮੁਸਲਿਮ ਸਾਂਝਾ ਦੇ ਟੈਂਟ ਦੇ ਵਿੱਚੋਂ ਜੋ ਟੀਮ ਇਹ ਲੰਗਰ ਵਰਤਾ ਰਹੀ ਹੈ ਔਰ ਇੱਥੇ ਜਿਸ ਨਾਲ ਵੀ ਗੱਲ ਕੀਤੀ ਹੈ, ਚਾਹੇ ਬਜ਼ੁਰਗ ਹੋਣ, ਨੌਜਵਾਨ ਹੋਣ ਜਾਂ ਫਿਰ ਪ੍ਰੋਫੈਸਰ ਤਬਕੇ ਦੇ ਲੋਕ ਹੋਣ, ਸਿੱਖਿਆ ਖੇਤਰ ਨਾਲ ਸੰਬੰਧਿਤ ਲੋਕ ਹੋਣ, ਉਹਨਾਂ ਦਾ ਸਭ ਦਾ ਇਹੋ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਜਿਹੜੀ ਗੁੜਤੀ ਹੈ ਸਾਡੇ ਬੱਚਿਆਂ ਨੂੰ ਸਾਂਝੀਵਾਲਤਾ ਦੀ ਗੁੜਤੀ ਨਹੀਂ ਦਿੱਤੀ ਜਾਏਗੀ, ਉਦੋਂ ਤੱਕ ਜਿਹੜੇ ਰਾਜਨੀਤਿਕ ਲੋਕ ਨੇ, ਸਿਆਸੀ ਲੋਕ ਨੇ, ਉਹ ਜਿਹੜੀਆਂ ਰੋਟੀਆਂ ਨੇ ਉਹ ਆਪਣੀ ਸਿਆਸੀ ਰੋਟੀਆਂ ਕੌਮਾਂ ਦੇ ਸਿਰ ਤੇ ਸੇਕਦੇ ਰਹਿਣਗੇ। ਸੋ ਇਸ ਵੇਲੇ ਜ਼ਰੂਰਤ ਹੈ ਕਿ ਦੁਨੀਆ ਭਰ ਦੇ ਵਿੱਚ ਅਜਿਹੇ ਇਨੀਸ਼ੀਏਟਿਵ, ਅਜਿਹੇ ਜਿਹੜੇ ਮੌਕੇ ਨੇ ਉਹ ਲੈਣੇ ਚਾਹੀਦੇ ਨੇ ਦੋਨਾਂ ਹੀ ਕੌਮਾਂ ਨੂੰ, ਚਾਹੇ ਸਿੱਖ ਹੋਣ ਜਾਂ ਫਿਰ ਮੁਸਲਮਾਨ, ਤੇ ਉਹਨਾਂ ਨੂੰ ਜਿਹੜੇ ਆਪਸੀ ਕੜੱਤਣ ਮਿਥਿਹਾਸ ਨੇ ਉਹਨਾਂ ਦੇ ਅੰਦਰ ਘੋਲੀ ਹੋਈ ਹੈ ਉਸ ਨੂੰ ਖਤਮ ਕੀਤਾ ਜਾ ਸਕੇ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਸ੍ਰੀ ਫਤਿਹਗੜ੍ਹ ਸਾਹਿਬ।